ਸਨਮਾਨਯੋਗ ਗੁਰੂ ਸਾਰਿਓ, ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਰੋਜ਼ਾਨਾ ਗੁਰਮਤਿ ਕਲਾਸ ਵਿੱਚ ਆਪ ਸਾਰੇ ਹੀ ਵੀਰਾਂ ਭੈਣਾਂ ਨੂੰ ਜੀ ਆਇਆਂ। ਅੱਜ ਦਾ ਸਾਡਾ ਵਿਸ਼ਾ ਇਤਿਹਾਸ ਨਾਲ ਸੰਬੰਧਿਤ ਹੈ। ਹੋਲੇ ਮਹੱਲੇ ਦਾ ਇਤਿਹਾਸ। ਹੋਲਾ ਮਹੱਲਾ ਚੱਲਿਆ, ਗੁਰੂ ਪਾਤਸ਼ਾਹ ਨੇ ਕਿਸ ਗੰਦਗੀ ਵਿੱਚੋਂ ਕੱਢ ਕੇ ਕਿਸ ਚੜ੍ਹਦੀ ਕਲਾ ਵਿੱਚ ਸਾਨੂੰ ਲੈ ਕੇ ਆਂਦਾ, ਇਹ ਵਿਚਾਰਾਂ ਸਾਡੇ ਨਾਲ ਸਾਂਝੀਆਂ ਕਰਨਗੇ ਵੀਰ ਮਨਮੋਹਨ ਸਿੰਘ ਦੀ ਪਹੁੰਚ ਤੋਂ ਮੈਂ ਵੀਰ ਜੀ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਆਪਣਾ ਇਹ ਵਿਸ਼ਾ ਸ਼ੁਰੂ ਕਰਨ। ਹੋਲੇ ਮਹੱਲੇ ਦਾ ਇਤਿਹਾਸ। ਵੀਰ ਮਨਮੋਹਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਾਧ ਸੰਗਤ ਜੀਓ, ਸਾਰੇ ਹੀ ਵਡਭਾਗੀ ਜੀਵ ਹੋ ਜੋ ਅੱਜ ਦੀ ਇਸ ਕਲਾਸ ਦੇ ਅੰਦਰ ਹਾਜ਼ਰੀ ਭਰ ਕੇ ਜੀਵਨ ਦਾ ਕੁਝ ਸਮਾਂ ਲਾਹੇ ਵਿੱਚ ਲਾ ਰਹੇ ਹੋ। ਜੋ ਦਾਸ ਨੂੰ ਹੁਕਮ ਹੋਇਆ ਹੈ ਹੋਲੇ ਮਹੱਲੇ ਦਾ ਇਤਿਹਾਸ, ਉਸ ਵਿਸ਼ੇ ਦੇ ਉੱਤੇ ਵਿਚਾਰ ਸ਼ੁਰੂ ਕਰੀਏ। ਹੋਲਾ ਮਹੱਲਾ ਸਿੱਖੀ ਦੇ ਜਾਹੋ ਜਲਾਲ, ਨਿਆਰੇਪਨ, ਅਣਖੀ ਸੁਭਾਅ, ਸੰਤਗਿਰੀ ਸਿਪਾਹੀਗਿਰੀ, ਜੁਝਾਰੂ ਬਿਰਤੀ, ਦੀਨ ਦੁਖੀ ਦੇ ਰਖਵਾਲੇ ਅਤੇ ਪਤਾ ਨਹੀਂ ਹੋਰ ਕਿਸ ਕਿਸ ਵਿਸ਼ੇਸ਼ਤਾ ਦਾ ਪ੍ਰਤੀਕ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਸ ਕੌਮ ਪੰਥ ਦੀ ਨੀਂਹ ਰੱਖੀ, ਜਿਸ ਨੂੰ ਬਾਕੀ ਗੁਰੂ ਸਾਹਿਬਾਨ ਨੇ ਸਮੇਂ ਸਮੇਂ ਸਿਰ ਆਪਣਾ ਚੜ੍ਹਦੀ ਕਲਾ ਵਾਲਾ ਯੋਗਦਾਨ ਪਾਇਆ, ਔਖਿਆਈਆਂ ਤੇ ਔਕੜਾਂ, ਜ਼ੁਲਮ ਅਤੇ ਤਸ਼ੱਦਦ ਸਹਾਰੇ, ਉਸ ਦਾ ਸਿੱਟਾ ਹੀ ਸੀ ਖਾਲਸਾ ਪੰਥ, ਜੋ ਕੁੱਲ ਦੁਨੀਆ ਕਾਇਨਾਤ ਵਿੱਚ ਧਾਰਮਿਕ, ਰਾਜਨੀਤਿਕ, ਸੱਭਿਆਚਾਰਕ, ਅਧਿਆਤਮਕ, ਭਾਈਚਾਰਕ ਤੌਰ ਦੇ ਉੱਤੇ ਦੁਨੀਆ ਨਾਲੋਂ ਵੱਖਰਾ ਹੈ ਅਤੇ ਨਿਆਰਾ ਹੈ। ਖਾਲਸੇ ਦਾ ਇਹ ਨਿਆਰਾਪਨ ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਹੈ। ਭਾਈ ਕਾਹਨ ਸਿੰਘ ਜੀ ਨਾਭਾ ਆਪਣੀਆਂ ਲਿਖਤਾਂ ਦੇ ਅੰਦਰ ਲਿਖਦੇ ਹਨ, ਜਿਸ ਤੋਂ ਭਾਵ ਹੈ ਕਿ ਖਾਲਸਾ ਪੰਥ ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਦੁਨੀਆ ਦੇ ਨਾਲੋਂ ਵੱਖਰਾ ਤੇ ਨਿਆਰਾ ਸੀ। ਇਸ ਦੀ ਰਹਿਣੀ ਬਹਿਣੀ, ਇਸ ਦੇ ਹਰ ਜੀਵਨ ਦਾ ਢੰਗ ਸੰਸਾਰ ਦੇ ਬਾਕੀ ਲੋਕਾਂ ਦੇ ਨਾਲੋਂ ਵੱਖਰਾ ਅਤੇ ਨਿਆਰਾ, ਅਤੇ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਕਿ ਚੜ੍ਹਦੀ ਕਲਾ ਵਾਲਾ ਸੀ। ਆਪਣੀਆਂ ਲਿਖਤਾਂ ਦੇ ਅੰਦਰ ਉਹ ਲਿਖਦੇ ਹਨ, ਮਾਨਤ ਹੈ ਏਕ ਕੋ ਅਨਾਦਿਓ ਅਨੰਤ ਨਿਤ, ਤਿਸੀ ਤੇ ਸੰਚਾਨਤ ਹੈ ਸਰਬ ਪਸਾਰੋ ਹੈ, ਕ੍ਰਿਤ ਕੀ ਉਪਾਸਨਾ ਕਰੈ ਨਾ ਕਰਤਾਰ ਤਿਆਗ, ਏਕ ਗੁਰੂ ਗ੍ਰੰਥ ਕੀਨੋ ਆਪਨੋ ਆਧਾਰੋ ਹੈ, ਜਾਤ ਪਾਤ ਭਰਮ ਭੇਦ ਮਨ ਤੇ ਮਿਟਾਏ ਕਰ, ਸਭ ਹੀ ਤੇ ਸਹੋਦਰ ਸੋ ਕਰਤ ਪਿਆਰੋ ਹੈ, ਹਿਤਕਾਰੀ ਜਗ ਕੋ ਪੈ ਜਲ ਮੈਂ ਪੰਕਜ ਜਿਉ, ਗੁਰੂ ਦੇਵ ਨਾਨਕ ਕੋ ਖਾਲਸੋ ਨਿਆਰੋ ਹੈ। ਇਸ ਦੀ ਰਹਿਣੀ ਬਹਿਣੀ ਸੰਸਾਰ ਦੇ ਨਾਲੋਂ ਵੱਖਰੀ, ਇਸ ਦੀ ਜੀਵਨ ਜੁਗਤ ਸੰਸਾਰ ਦੇ ਨਾਲੋਂ ਵੱਖਰੀ, ਇਸ ਦਾ ਪੂਜਾ ਦਾ ਢੰਗ ਸੰਸਾਰ ਦੇ ਨਾਲੋਂ ਵੱਖਰਾ, ਇਸ ਦੇ ਧਾਰਮਿਕ ਸਿਧਾਂਤ ਸੰਸਾਰ ਦੇ ਨਾਲੋਂ ਵੱਖਰੇ, ਅਤੇ ਸਭ ਤੋਂ ਵੱਡੀ ਗੱਲ ਕਿ ਸਾਰੀ ਕੁੱਲ ਕਾਇਨਾਤ ਦਾ ਹਿਤਕਾਰੀ ਹੈ। ਇਹ ਹਰ ਮਜਲੂਮ ਦੀ ਬਾਂਹ ਪਕੜਨ ਵਾਲਾ ਹੈ। ਇਹ ਦੁਨੀਆ ਦੇ ਨਾਲੋਂ ਵੱਖਰਾ ਹੈ। ਇਹ ਕਿਸੇ ਵੀ ਜ਼ਰੂਰਤਮੰਦ ਵਾਸਤੇ ਆਪਾ ਵਾਰ ਸਕਦਾ ਹੈ। ਇਹ ਧਰਮ ਦੀ ਆਜ਼ਾਦੀ ਨੂੰ ਜ਼ਿੰਦਾ ਰੱਖਣ ਵਾਸਤੇ ਹਰ ਵੇਲੇ ਤਤਪਰ ਹੈ। ਗੁਰੂ ਪਿਆਰ ਵਾਲਿਓ, ਇਸ ਦੀ ਜੀਵਨ ਜਾਚ ਹੀ ਸੰਸਾਰ ਨਾਲੋਂ ਵੱਖਰੀ ਹੈ। ਭਾਵ ਇਹਦਾ ਹਰ ਸਮਾਂ, ਹਰ ਸਵਾਸ ਦੁਨੀਆ ਦੇ ਨਾਲੋਂ ਵੱਖਰਾ ਹੋ ਕੇ ਵਿਚਰ ਰਿਹਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਸੰਸਾਰ ਅਤੇ ਭਾਰਤ ਵਿੱਚ ਮਨੁੱਖਤਾ ਦੀ ਹਾਲਾਤ ਅਤ ਤਰਸਯੋਗ ਸੀ। ਧਾਰਮਿਕ, ਰਾਜਨੀਤਿਕ, ਸੱਭਿਆਚਾਰਕ ਹਰ ਖੇਤਰ ਵਿੱਚ ਇਨਸਾਨੀਅਤ ਨਾਲ ਧੱਕਾ ਤੇ ਵਿਤਕਰਾ ਸੀ। ਕੋਈ ਖਾਸ ਸ਼੍ਰੇਣੀ ਧਰਮ ਦੇ ਕਰਮ ਕਰ ਸਕਦੀ ਸੀ, ਕੋਈ ਖਾਸ ਸ਼੍ਰੇਣੀ ਰਾਜ ਭਾਗ ਸੰਭਾਲ ਸਕਦੀ ਸੀ, ਕੋਈ ਖਾਸ ਸ਼੍ਰੇਣੀ ਮੈਦਾਨੀ ਜੰਗ ਵਿੱਚ ਜੂਝਣ ਦਾ ਹੱਕ ਰੱਖਦੀ ਸੀ, ਅਤੇ ਕਿਸੇ ਖਾਸ ਸ਼੍ਰੇਣੀ ਨੂੰ ਬਾਕੀ ਵਰਗਾਂ ਦੀ ਗੰਦਗੀ ਢੋਣ ਦਾ ਜਿਮਾ ਦਿੱਤਾ ਗਿਆ ਸੀ, ਜਿਸ ਨੂੰ ਸ਼ੂਦਰ ਸ਼ੂਦਰ ਕਰਕੇ ਪੁਕਾਰਿਆ ਗਿਆ, ਜਿਨ੍ਹਾਂ ਨੂੰ
ਕਿਤੇ ਧਾਰਮਿਕ ਸਥਾਨ ਦੇ ਅੰਦਰ ਜਾਣ ਤੱਕ ਦੀ ਇਜਾਜ਼ਤ ਨਹੀਂ ਸੀ, ਨੀਚ ਨੀਚ ਕਰਕੇ ਭੰਡਿਆ ਜਾ ਰਿਹਾ ਸੀ। ਤਾਂ ਇਹੋ ਜਿਹੇ ਸਮੇਂ ਦੇ ਅੰਦਰ ਇੱਕ ਨਿਰਾਲਾਪਣ ਸੀ, ਇੱਕ ਇਨਕਲਾਬੀ ਆਵਾਜ਼ ਸੀ, ਨੀਚਾਂ ਅੰਦਰ ਨੀਚ ਜ਼ਾਤ, ਨੀਚੀ ਹੁਮਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆ ਸਿਉ ਕਿਆਰੀ। ਧਰਮ, ਜ਼ਾਤ, ਅਮੀਰੀ, ਗਰੀਬੀ ਦੇ ਨਾਂ ਉੱਤੇ ਵਿਤਕਰੇ ਸਨ। ਧੰਨ ਗੁਰੂ ਨਾਨਕ ਪਾਤਸ਼ਾਹ ਅਤੇ ਬਾਕੀ ਗੁਰੂ ਸਾਹਿਬਾਨਾਂ ਨੇ ਹਰ ਖੇਤਰ ਵਿੱਚ ਪ੍ਰਚਲਿਤ ਵਿਚਾਰਾਂ, ਪਰੰਪਰਾਵਾਂ, ਸਿਧਾਂਤਾਂ ਤੋਂ ਵੱਖਰਾ ਮਨੁੱਖਤਾ ਦੇ ਭਲੇ ਲਈ ਪ੍ਰੋਗਰਾਮ ਉਲੀਕਿਆ, ਜੋ ਬਾਕੀਆਂ ਨਾਲੋਂ ਵੱਖਰਾ ਤੇ ਨਿਆਰਾ ਸੀ। ਭਗਤੀ, ਸ਼ਕਤੀ, ਸਮਾਜਿਕ ਬਰਾਬਰਤਾ, ਹਰ ਪੱਖ ਬਾਕੀਆਂ ਨਾਲੋਂ ਵੱਖਰਾ ਤੇ ਨਿਆਰਾ ਉਸੇ ਹੀ ਪ੍ਰੋਗਰਾਮ ਦੀ ਇੱਕ ਕੜੀ ਸੀ। ਜਦੋਂ ਗੁਰੂ ਪਾਤਸ਼ਾਹਾਂ ਨੇ ਸੰਸਾਰ 'ਚ ਹਰ ਕਿਸਮ ਦੇ ਵਿਤਕਰਿਆਂ ਤੋਂ ਉੱਪਰ ਉੱਠ ਕੇ ਸਮਾਜਿਕ ਬਰਾਬਰਤਾ ਵਾਲਾ ਸਮਾਜ ਸਿਰਜਣਾ ਸੀ, ਜਿਸ ਵਿੱਚ ਮਨੁੱਖ ਹਰ ਖੇਤਰ ਵਿੱਚ ਬਰਾਬਰ ਦਾ ਹੱਕਦਾਰ ਹੋਵੇ, ਬਰਾਬਰਤਾ ਦਾ ਰੰਗ ਰਸ ਆਨੰਦ ਮਾਣ ਸਕੇ। ਵਰਨ ਵੰਡ ਵਾਲਿਆਂ ਨੇ ਮਨੁੱਖਤਾ ਨੂੰ ਧਰਮ, ਧਾਰਮਿਕ ਸਥਾਨਾਂ, ਕੰਮਾਂ, ਤਿਉਹਾਰਾਂ ਦੇ ਨਾਮ ਦੇ ਉੱਤੇ ਵੰਡਿਆ ਹੋਇਆ ਸੀ, ਜਿਸ ਦਾ ਸਿੱਟਾ ਸੀ ਕਿ ਗਿਣਤੀ ਦੇ ਘੋੜਸਵਾਰ ਭਾਰਤ ਦੇ ਉੱਤੇ ਧਾਰਵੀ ਬਣ ਕੇ ਆਏ ਅਤੇ ਇੱਥੇ ਦੀ ਲੋਕਾਈ ਦੀ ਵਰਨ ਵੰਡ, ਖੁਦਗਰਜੀ, ਕਾਇਰਤਾ ਕਾਰਨ ਨਾ ਸਿਰਫ ਇੱਥੇ ਰੱਜ ਕੇ ਕਤਲੇਆਮ ਕੀਤਾ, ਇੱਥੋਂ ਦੀਆਂ ਇੱਜ਼ਤਾਂ ਗਜਨੀ ਦੇ ਬਾਜ਼ਾਰਾਂ ਦੇ ਅੰਦਰ ਟਕੇ ਟਕੇ ਦੇ ਨਾਲ ਵੇਚੀਆਂ, ਧਾਰਮਿਕ ਸਥਾਨ ਤੋੜੇ, ਇੱਥੇ ਦਾ ਮਾਲ ਅਸਬਾਬ ਲੁੱਟਿਆ, ਸਗੋਂ ਇਹਨਾਂ ਨੂੰ ਸਦੀਆਂ ਤੱਕ ਗੁਲਾਮ ਬਣਾ ਕੇ ਰੱਖਿਆ, ਇੱਥੇ ਤੱਕ ਕਿ ਇੱਥੇ ਦੀ ਬਹੁਸੰਮਤੀ ਨੂੰ ਉਹਨਾਂ ਦਾ ਜੀਵਨ ਢੰਗ ਹੀ ਬਦਲ ਕੇ ਰੱਖ ਦਿੱਤਾ, ਉਹਨਾਂ ਦੀ ਮਾਨਸਿਕਤਾ ਨੂੰ ਗੁਲਾਮ ਕਰ ਦਿੱਤਾ, ਉਹਨਾਂ ਨੂੰ ਸਰੀਰਕ ਤੌਰ ਦੇ ਉੱਤੇ ਗੁਲਾਮ ਕੀਤਾ ਅਤੇ ਹਾਲਤ ਇੱਥੇ ਤੱਕ ਸੀ ਕਿ ਉਹਨਾਂ ਨੂੰ ਇਤਨਾ ਨਿਰਬਲ ਕਰ ਦਿੱਤਾ ਕਿ ਸਮੇਂ ਦਾ ਹਾਕਮ ਇਹ ਗੱਲ ਕਹਿੰਦਾ ਸੀ ਕਿ ਜੇ ਕਦੇ ਕੋਈ ਮੁਸਲਮਾਨ ਕਿਸੇ ਵੀ ਹਿੰਦੂ ਦੇ ਮੂੰਹ ਦੇ ਵਿੱਚ ਥੁੱਕਣਾ ਚਾਹਵੇ, ਉਹ ਆਪਣਾ ਮੂੰਹ ਅੱਗੇ ਕਰ ਦੇ। ਇਹ ਪ੍ਰਾਤਨ ਲਿਖਤਾਂ ਦੇ ਅੰਦਰ ਹੈ, ਇਹ ਇਤਿਹਾਸ ਦੇ ਅੰਦਰ ਹੈ ਕਿ ਕਿਵੇਂ ਇੱਥੇ ਤੱਕ ਮਾਨਸਿਕ ਤੌਰ ਦੇ ਉੱਤੇ ਇੱਥੇ ਦੇ ਸੂਰਜਵੰਸ਼ੀਆਂ ਨੂੰ ਗੁਲਾਮ ਕੀਤਾ ਗਿਆ। ਮਾਨਸਿਕ ਤੇ ਸਰੀਰਕ ਤੌਰ ਦੇ ਉੱਤੇ ਗੁਲਾਮ ਇੱਥੇ ਦੇ ਸੂਰਜਵੰਸ਼ੀ ਆਪਣੀ ਸੁਤੰਤਰਤਾ ਲਈ ਜੂਝਣ ਦੀ ਥਾਂ ਜ਼ਾਲਮਾਂ ਦਾ ਪਾਣੀ ਭਰਦੇ, ਉਹਨਾਂ ਦੀ ਗੁਲਾਮੀ ਸਹਾਰਦੇ, ਬੜੀ ਬੇਗੈਰਤੀ ਨਾਲ ਰੰਗਾਂ ਦੀਆਂ ਹੋਲੀਆਂ ਖੇਡ ਰਹੇ ਸਨ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਬਰ ਕਹਿ ਕੇ ਲਲਕਾਰਿਆ ਅਤੇ ਇੱਥੇ ਦੀ ਜਨਤਾ ਨੂੰ, ਜਿਨ੍ਹਾਂ ਦੇ ਅੰਦਰ ਆਪਣਾ ਰੰਗ ਢੰਗ ਜੋ ਇਹ ਬਦਲ ਚੁੱਕੇ ਸਨ, ਜਿਨ੍ਹਾਂ ਦੇ ਵਾਸਤੇ ਸਤਿਗੁਰੂ ਬਾਣੀ ਦੇ ਅੰਦਰ ਲਿਖਦੇ ਨੇ ਕਿ ਇਹਨਾਂ ਦੇ ਰਹਿਬਰ ਮਾਨਸਿਕ ਤੌਰ ਦੇ ਉੱਤੇ ਗੁਲਾਮ ਸਨ। ਹਾਲਾਤ ਇਹ ਸੀ, ਗਊ ਬ੍ਰਾਹਮਣ ਕੋ ਕਰ ਲਾਵੋ, ਗੋਬਰ ਤਰਨ ਨਾ ਜਾਈ, ਟਿੱਕਾ ਧੋਤੀ ਤੈ ਜਪਮਾਲੀ, ਧਾਨ ਮਲੇਛਾਂ ਖਾਈ, ਅੰਤਰ ਪੂਜਾ, ਪੜੇ ਕਤੇਬਾਂ ਸੰਜਮ ਤੁਰਕਾਂ ਪਾਈ, ਨੀਲ ਬਸਤਰ ਹੋਰ ਪੈਰ ਹੋਏ ਪ੍ਰਵਾਨ। ਫਿਰ ਅਗਲੀ ਗੱਲ ਸੀ, ਘਰ ਘਰ ਮੀਆਂ ਅਵਰਾਂ ਜੀਆਂ, ਬੋਲੀ ਅਵਰ ਤੁਮਾਰੀ, ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ। ਇੱਥੇ ਦੇ ਲਿਬਾਸ ਇਹਨਾਂ ਨੇ ਬਦਲੀ ਕਰ ਲਏ, ਇਹਨਾਂ ਨੇ ਆਪਣੀ ਪੂਜਾ ਦੇ ਢੰਗ ਬਦਲੀ ਕਰ ਲਏ, ਇਹਨਾਂ ਨੇ ਜੋ ਸੀ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਦੂਜੇ ਦੇ ਹੱਥ ਦਾ ਹੀ ਕੱਟਿਆ ਖਾਣਾ ਪ੍ਰਵਾਨ ਕਰ ਲਿਆ। ਇੱਥੇ ਤੱਕ ਇਹਨਾਂ ਨੇ ਆਪਣੀ ਬੋਲੀ ਜੋ ਸੀ ਉਸ ਨੂੰ ਬਦਲ ਕੇ ਰੱਖ ਦਿੱਤਾ। ਇਹੋ ਜਿਹੇ ਸਮੇਂ ਦੇ ਅੰਦਰ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਆਵਾਜ਼ ਦਿੱਤੀ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਇਹ ਸਿਧਾਂਤ ਦਿੱਤਾ ਕਿ ਭਾਈ ਜੇ ਕਦੇ ਜਿਉਂਦਿਆਂ ਦੀ ਇੱਜ਼ਤ ਨਹੀਂ ਤਾਂ ਫਿਰ ਖਾਣਾ ਵੀ ਹਰਾਮ ਦੇ ਬਰਾਬਰ ਹੈ। ਹੁਣ ਪਤ ਨੂੰ ਬਚਾਉਣ ਦੇ ਵਾਸਤੇ ਸੂਰਮਗਤੀ ਦੀ ਲੋੜ ਸੀ, ਸ਼ਸਤਰ ਨੂੰ ਹੱਥ ਪਾਉਣ ਦੀ ਗੱਲ ਸੀ, ਕੁਰਬਾਨੀ ਦੇ ਜਜ਼ਬੇ ਦੀ ਲੋੜ ਸੀ। ਉਹ ਸਰੀਰ ਚਾਹੀਦਾ ਸੀ ਜੋ ਸੂਰਮਾ ਹੋਵੇ ਪਰ ਜ਼ਾਲਮ ਨਾ, ਜਿਸ ਦੇ ਹੱਥ ਵਿੱਚ ਤਲਵਾਰ ਜ਼ਾਲਮ ਦੀ ਤਲਵਾਰ ਨੂੰ ਰੋਕਣ ਲਈ ਹੋਵੇ। ਇਸ ਕਰਕੇ ਪਹਿਲਾਂ ਆਤਮਾ ਨੂੰ ਬਲਵਾਨ ਕਰਨ ਦੀ ਗੱਲ ਸੀ, ਜੋ ਸਿਰਫ ਨਾਮ ਬੰਦਗੀ ਨਾਲ ਹੀ ਹੋ ਸਕਦੀ ਸੀ। ਦੂਜੇ ਪਾਸੇ ਉਹ ਲੋਕੀ ਜਿਹੜੇ ਕਾਇਰ ਬਣ ਚੁੱਕੇ ਸਨ, ਜਿਹੜੇ ਥਰ ਥਰ ਕੰਬਦੇ ਸਨ, ਜਿਹੜੇ ਸਮੇਂ ਦੇ ਹਾਕਮ ਦੇ ਹੁਕਮ ਕਿ ਭਾਈ ਕੋਈ ਗੈਰ ਮੁਸਲਮਾਨ ਪੱਗ ਨਹੀਂ ਬਣ ਸਕਦਾ, ਉਹਨਾਂ ਨੇ ਸਿਰਾਂ ਤੋਂ ਪੱਗਾਂ ਉਤਾਰ ਦਿੱਤੀਆਂ। ਜਿਨ੍ਹਾਂ ਨੂੰ ਇਹ ਹੁਕਮ ਸੀ ਕਿ ਕੋਈ ਘੋੜਸਵਾਰੀ ਨਹੀਂ ਕਰ ਸਕਦਾ, ਉਹ ਘੋੜੇ ਦੀ ਨੇੜਿਓਂ ਦੀ ਵੀ ਨਹੀਂ ਸਨ ਲੰਘਦੇ, ਉਹ ਤੇਗ ਨੂੰ ਹੱਥ ਨਹੀਂ ਸਨ ਪਾ ਸਕਦੇ। ਸਤਿਗੁਰੂ ਪਾਤਸ਼ਾਹ ਨੇ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਕਿ ਜੇ ਕਿਤੇ ਤੁਸੀਂ ਆਪਣੇ ਅਣਖ ਨੂੰ ਜ਼ਿੰਦਾ ਰੱਖਣਾ ਹੈ ਤਾਂ ਆਤਮਿਕ ਤੌਰ ਦੇ ਉੱਤੇ ਬਲਵਾਨ ਹੋਣਾ ਪਵੇਗਾ। ਆਤਮਿਕ ਤੌਰ ਦੇ ਉੱਤੇ ਬਲਵਾਨ ਹੀ ਕਿਸੇ ਜ਼ਾਲਮ ਦੇ ਸਾਹਮਣੇ ਖੜੋ ਸਕਦਾ ਹੈ, ਤੇਗ ਨੂੰ ਹੱਥ ਪਾ ਸਕਦਾ ਹੈ, ਸਰੀਰ ਦੇ ਉੱਤੇ ਤਸੀਹੇ ਚੱਲ ਸਕਦਾ ਹੈ। ਸੋ ਗੁਰੂ ਪਾਤਸ਼ਾਹਾਂ ਨੇ ਸਿੱਖਾਂ ਨੂੰ, ਮਨੁੱਖਤਾ ਨੂੰ ਪ੍ਰਭੂ ਬੰਦਗੀ ਵਿੱਚ ਜੋੜਨ ਦਾ ਯਤਨ ਕੀਤਾ ਅਤੇ ਉਹ ਲੋਕੀ ਜਿਹੜੇ ਧਰਮ ਦੇ ਨਾਂ ਦੇ ਉੱਤੇ ਵੰਡੇ ਸਨ, ਵੱਖ-ਵੱਖ ਸ਼ਕਤੀਆਂ ਦੀ ਪੂਜਾ 'ਚ ਲੱਗੇ ਹੋਏ ਸਨ, ਉਹਨਾਂ ਨੂੰ ਇੱਕ ਪਰਮਾਤਮਾ ਦੇ ਨਾਲ ਜੋੜਨ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਨੇ ਇੱਕ ਸਿਧਾਂਤ ਦਿੱਤਾ, ਆਵਾਜ਼ ਦਿੱਤੀ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਇੱਕ ਇਨਕਲਾਬੀ ਲਹਿਰ ਉੱਠ ਚੁੱਕੀ ਸੀ, ਜਿਸ ਵਿੱਚ ਕਿਰਤ ਤੇ ਕੀਰਤਨ ਕਰਨ ਵਾਲੇ ਰਬਾਬੀ ਦੇ ਹੱਥ ਵਿੱਚ ਕਿਰਪਾਨ ਵੀ ਆ ਚੁੱਕੀ ਸੀ। ਲੰਗਰ 'ਚ ਕੜਛੀ ਵਰਤਾਉਣ ਵਾਲਾ
ਹੱਥ ਦੇ ਵਿੱਚ ਨੇਜਾ ਤੇ ਢਾਲ ਵੀ ਫੜ ਕੇ ਜ਼ਾਲਮ ਨੂੰ ਲੱਭਦਾ ਫਿਰਦਾ ਸੀ। ਘੋੜਿਆਂ ਦੇ ਤਬੇਲਿਆਂ ਅਸਤਬਲ ਵਿੱਚ ਸੇਵਾ ਕਰਨ ਵਾਲਾ ਵਧੀਆ ਸ਼ਾਹ ਸਵਾਰ ਵੀ ਸੀ। ਗੁਰੂ ਪਾਤਸ਼ਾਹ ਨੇ ਤਵੇ ਤੇ ਪ੍ਰਸ਼ਾਦੇ ਸੇਕਣ ਵਾਲਾ, ਦੇਗਾਂ 'ਚ ਦਾਲਾਂ ਉਬਾਲਣ ਵਾਲੇ ਨੂੰ, ਲੰਗਰ ਦੀਆਂ ਲੱਕੜਾਂ ਚੀਰਨ ਵਾਲੇ ਨੂੰ ਤੱਤੀ ਤਵੀ ਤੇ ਚੋਕੜਾ ਵੀ ਲਾ ਸਕਦੇ ਸਨ, ਦੇਗਾਂ 'ਚ ਉਬਲ ਸਕਦੇ ਸਨ, ਆਰੇ ਨਾਲ ਚਿਰਨ ਦੀ ਤਾਕਤ ਰੱਖਦੇ ਸਨ, ਪਰ ਚੁੱਕ ਨਹੀਂ ਸਨ ਸਕਦੇ। ਇਹ ਗੁਣ ਜੋ ਸੀ ਸਤਿਗੁਰੂ ਪਾਤਸ਼ਾਹਾਂ ਨੇ ਆਪਣੇ ਜੀਵਨ ਕਾਲ ਦੇ ਅੰਦਰ ਆਪਣੇ ਆਪਣੇ ਸਮੇਂ ਸਿਰ ਗੁਰੂ ਕੇ ਸਿੱਖਾਂ ਦੇ ਅੰਦਰ ਭਰ ਦਿੱਤਾ, ਜਿਹਦੀ ਜਾਗਦੀ ਜੋ ਮਿਸਾਲ ਸਾਡੇ ਸਾਹਮਣੇ ਸੀ ਕਿ ਪੰਚਮ ਗੁਰਦੇਵ ਤੱਤੀ ਤਵੀ ਦੇ ਉੱਤੇ ਬੈਠ ਕੇ ਸ਼ਹੀਦ ਹੁੰਦੇ ਨੇ। 6ਵੇਂ ਸਤਿਗੁਰ ਮੀਰੀ ਪੀਰੀ ਦੀਆਂ ਦੋ ਸ੍ਰੀ ਸਾਹਿਬਾਂ ਪਾ ਕੇ ਸਮੇਂ ਦੇ ਹਾਕਮ ਨੂੰ, ਜ਼ਾਲਮ ਨੂੰ ਮੈਦਾਨੇ ਜੰਗ ਦੇ ਅੰਦਰ ਵੰਗਾਰਦੇ ਨੇ, ਆਵਾਜ਼ ਦਿੰਦੇ ਨੇ ਕਿ ਅੱਜ ਤੋਂ ਬਾਅਦ ਮੇਰੀ ਭੇਟਾ ਵਧੀਆ ਘੋੜੇ, ਵਧੀਆ ਸ਼ਸਤਰ ਹੋਣਗੇ, ਮੇਰੀ ਭੇਟਾ ਵਧੀਆ ਜਵਾਨੀ ਹੋਵੇਗੀ। ਪਰ ਕਿਆ ਕਮਾਲ ਸੀ ਕਿ ਵਿਦਵਾਨ ਲੋਕੀ ਲਿਖਦੇ ਨੇ ਕਿ ਸਤਿਗੁਰਾਂ ਦੇ ਅੰਦਰ ਕਿਉਂ ਜੀ ਅਲੌਕਿਕ ਸ਼ਕਤੀ ਸੀ, ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਕਿਉਂ ਜਿਹਾ ਚਮਤਕਾਰ ਸੀ ਕਿ ਜਵਾਨ ਲੋਕੀ ਇੰਨੀ ਵੱਡੀ ਸਲਤਨਤ ਦੇ ਖਿਲਾਫ ਲੜਨ ਦੇ ਵਾਸਤੇ ਸੀਸ ਤਲੀ ਦੇ ਉੱਤੇ ਰੱਖ ਕੇ ਧੜਾ ਧੜਾ ਆ ਰਹੇ ਸਨ, ਲੇਕਿਨ ਮੰਗਦੇ ਕੀ ਸਨ? ਕਿਤੇ 6 ਮਹੀਨੇ ਬਾਅਦ ਗਲ ਪਾਉਣ ਵਾਸਤੇ ਚੋਲਾ ਅਤੇ 2 ਸਮੇਂ ਦਾ ਪ੍ਰਸ਼ਾਦਾ। ਗੁਰੂ ਪਿਆਰ ਵਾਲਿਓ, ਇਤਨੀ ਗੁਰੂ ਪਾਤਸ਼ਾਹ ਨੇ ਇਨਕਲਾਬੀ ਲਹਿਰ ਜੋ ਸੀ ਉਹ ਖੜੀ ਕਰ ਦਿੱਤੀ ਸੀ। ਡਾਕਟਰ ਹਰੀ ਰਾਮ ਗੁਪਤਾ ਆਪਣੀ ਕਿਰਤ ਸਿੱਖ ਇਤਿਹਾਸ ਦੇ ਮੁੱਖ ਬੰਦ ਵਿੱਚ ਲਿਖਦੇ ਹਨ ਕਿ ਲੋਕੀ ਪੁੱਛਦੇ ਹਨ ਕਰਾਮਾਤ ਕੀ ਹੈ, ਕਿਵੇਂ ਹੁੰਦੀ ਹੈ? ਉਹ ਕਹਿੰਦੇ ਨੇ ਮੇਰਾ ਉੱਤਰ ਹੈ ਸਿੱਖ ਇਤਿਹਾਸ ਨੂੰ ਪੜ੍ਹਨਾ ਆਰੰਭ ਕਰ ਦਿਓ। ਪੁਸਤਕ ਦੇ ਅੰਤਲੇ ਪੈਰੇ ਵਿੱਚ ਲਿਖਦੇ ਹਨ ਕਿ ਪਿਆਰੇ ਪਾਠਕ, ਅਜੇ ਵੀ ਲੋੜ ਕੁਝ ਦੱਸਣ ਦੀ ਰਹਿ ਗਈ ਹੈ ਕਿ ਕਰਾਮਾਤ ਕੀ ਹੁੰਦੀ ਹੈ ਅਤੇ ਕਿਵੇਂ ਹੁੰਦੀ ਹੈ। ਕਰਾਮਾਤ ਹੈ ਨਿਰਜਿੰਦ ਲੋਕਾਂ ਨੂੰ ਜਾਨਾਂ ਵਾਲਾ ਬਣਾ ਦੇਣਾ, ਮਨੁੱਖੀ ਸ਼੍ਰੇਣੀ ਸ਼ਿਕਾਰੀਆਂ ਨੂੰ ਮਨੁੱਖ ਅਤੇ ਫਿਰ ਮਨੁੱਖ ਨੂੰ ਦੇਵਤਾ ਅਤੇ ਫਿਰ ਦੇਵਤਿਆਂ ਦੇ ਹੱਥ ਵਿੱਚ ਤਲਵਾਰ ਦੇ ਕੇ ਧਰਮ ਦਾ ਜੈਕਾਰਾ ਬੁਲਵਾਉਣਾ ਤੇ ਸੱਤ ਸਿਰੇ ਤੱਕ ਪਹੁੰਚਾ ਕੇ ਹਲੀਮੀ ਰਾਜ ਕਾਇਮ ਕਰਕੇ ਆਪ ਸੇਵਾਦਾਰ ਬਣ ਜਾਣਾ। ਉਹਦਾ ਕਹਿਣ ਤੋਂ ਭਾਵ ਸੀ ਕਿ ਸਾਰੀਆਂ ਕਰਾਮਾਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਸਨ ਅਤੇ ਸਭ ਤੋਂ ਵੱਡੀ ਕਰਾਮਾਤ ਸੀ ਕਿ ਦੱਬੇ ਤੇ ਕੁਚਲੇ ਹੋਏ ਲੋਕੀ ਜੋ ਸਨ ਉਹ ਰਾਜ ਭਾਗ ਦੇ ਮਾਲਕ ਬਣਨ ਨੂੰ ਜਾ ਰਹੇ ਸਨ। ਇਹ ਸਭ ਤੋਂ ਵੱਡੀ ਕਰਾਮਾਤ ਸੀ ਕਿ ਦੱਬੇ ਤੇ ਕੁਚਲੇ ਹੋਏ ਲੋਕ ਸਮੇਂ ਦੇ ਸਲਤਨਤ ਅਤੇ ਬਾਦਸ਼ਾਹ ਦੇ ਸਾਹਮਣੇ ਖੜੋ ਕੇ ਉਹਨੂੰ ਵੰਗਾਰ ਰਹੇ ਸਨ। ਪੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਸਾਨੂੰ ਪੁਰਾਤਨ ਇਤਿਹਾਸਕ ਹਵਾਲਿਆਂ ਦੇ ਵਿੱਚ ਇਹ ਗੱਲਾਂ ਲੱਭਦੀਆਂ ਨੇ। ਗੁਰੂ ਪਿਆਰ ਵਾਲਿਓ, ਪ੍ਰਿੰਸੀਪਲ ਸਤਵੀਰ ਸਿੰਘ ਜੀ ਆਪਣੀਆਂ ਲਿਖਤਾਂ ਦੇ ਅੰਦਰ ਲਿਖਦੇ ਹਨ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਿਰੇ ਆਤਮਿਕ ਸ਼ਾਂਤੀ ਦੇ ਪੁੰਜ ਨਹੀਂ ਸਨ, ਸਗੋਂ ਐਟਮਿਕ ਸ਼ਕਤੀ ਦੇ ਵੀ ਭੰਡਾਰ ਹਨ। ਜਿਵੇਂ ਵਿਗਿਆਨੀਆਂ ਨੇ ਅਣਡਿੱਠ ਐਟਮ ਨੂੰ ਤੋੜ ਕੇ ਇਹ ਅਥਾ ਬਲ ਹਾਸਲ ਕਰ ਲਿਆ ਹੈ ਕਿ ਉਸ ਹਾਸਲ ਕੀਤੇ ਬਲ ਤੋਂ ਸੰਸਾਰ ਅੱਜ ਥਰ ਥਰ ਕੰਬਦਾ ਹੈ। ਇਸੇ ਤਰ੍ਹਾਂ ਮਨੋਵਿਗਿਆਨੀ ਗੁਰੂ ਸਾਹਿਬ ਨੇ ਸੰਸਾਰ ਦੀ ਰਹਿੰਦ ਖੂੰਹਦ ਵਿੱਚ ਆਤਮਿਕ ਵਿਸ਼ਵਾਸ ਭਰ ਕੇ ਉਸ ਨੂੰ ਪਰੰਪਰਾ ਨਾਲੋਂ ਤੋੜ ਕੇ ਸੁਤੰਤਰ ਕਰਕੇ ਅਮਿੱਟ ਸ਼ਕਤੀ ਨੂੰ ਜਨਮ ਦੇ ਦਿੱਤਾ। ਗੁਰੂ ਪਿਆਰ ਵਾਲਿਓ, ਇਹ ਸਫ਼ਰ ਖਾਲਸੇ ਦੀ ਨਿਆਰੀ ਹੋਣ ਦਾ ਸਫ਼ਰ ਸੀ। ਹੋਲੀ ਤੋਂ ਹੋਲੇ ਮਹੱਲੇ ਦਾ ਸਫ਼ਰ ਸੀ। ਹੋਲੀ ਭਾਰਤ ਵਿੱਚ ਮੌਸਮੀ ਤਿਉਹਾਰ ਦੇ ਤੌਰ ਦੇ ਉੱਤੇ ਮਨਾਇਆ ਜਾਂਦਾ ਇੱਕ ਤਿਉਹਾਰ ਸੀ। ਜਦੋਂ ਅਸੀਂ ਹੋਲੀ ਦੇ ਤਿਉਹਾਰ ਵੱਲ ਝਾਤ ਮਾਰਦੇ ਹਾਂ, ਇਸ ਨੂੰ ਮੌਸਮੀ ਤੌਰ ਦੇ ਉੱਤੇ ਮੌਸਮੀ ਤਿਉਹਾਰ ਕਰਕੇ ਵੀ ਮਨਾਇਆ ਜਾਂਦਾ ਹੈ ਅਤੇ ਇਸ ਦੇ ਨਾਲ ਪੁਰਾਣਕ ਗਾਥਾਵਾਂ ਵੀ ਜੁੜੀਆਂ ਹੋਈਆਂ ਹਨ। ਜਿਵੇਂ ਕਿ ਮੌਸਮੀ ਤੌਰ ਦੇ ਉੱਤੇ ਪਤਝੜ ਤੋਂ ਬਾਅਦ ਬਹਾਰ ਆਉਂਦੀ ਹੈ, ਹਰ ਪਾਸੇ ਖਿੜਾਓ ਹੈ। ਇਸ ਤਿਉਹਾਰ ਨੂੰ ਖਿੜਾਓ ਦੇ ਤਿਉਹਾਰ ਦੇ ਤੌਰ ਦੇ ਉੱਤੇ ਵੀ ਲੋਕੀ ਮਨਾਉਂਦੇ ਸਨ ਤੇ ਇਹਦੇ ਨਾਲ ਜੋ ਪ੍ਰਾਤਨ ਕਥਾਵਾਂ ਜੁੜੀਆਂ ਸਨ ਉਹਦੇ ਵਿੱਚ ਵੀ ਜੋ ਸੀ ਇਹ ਦੱਸਣ ਦਾ ਯਤਨ ਕੀਤਾ ਗਿਆ ਸੀ ਕਿ ਸੰਸਾਰ ਦੇ ਅੰਦਰ ਕੋਈ ਹਰਨਾਕਸ਼ਪ ਵਰਗਾ ਰਾਜਾ ਸਦੀਵੀ ਤੌਰ ਦੇ ਉੱਤੇ ਟਿਕ ਨਹੀਂ ਸਕਦਾ। ਗੁਰੂ ਪਿਆਰ ਵਾਲਿਓ, ਹੋਲੀ ਸੰਸਕ੍ਰਿਤ ਦਾ ਅੱਖਰ ਹੈ ਜਿਸ ਤੋਂ ਹੋਲਕਾ ਤੋਂ ਦੱਸਿਆ ਜਾਂਦਾ ਇਹ ਬਣਿਆ ਹੋਇਆ ਹੈ। ਫੱਗਣ ਦੇ ਮਹੀਨੇ ਦੀ ਪੂਰਨਮਾਸ਼ੀ ਨੂੰ, ਸ਼ਕਲ ਪੂਰਨਮਾਸ਼ੀ ਨੂੰ ਇਹ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਹ ਬਸੰਤ ਰੁੱਤ ਦਾ ਤਿਉਹਾਰ ਵੀ ਮੰਨਿਆ ਜਾਂਦਾ ਹੈ ਅਤੇ ਬਸੰਤ ਪੰਚਮੀ ਦੇ 40ਵੇਂ ਦਿਨ ਇਹ ਹੋਲੀ ਮਨਾਈ ਜਾਂਦੀ ਹੈ। ਇਸ ਨੂੰ ਰੰਗਾਂ ਦੇ ਤਿਉਹਾਰ ਵੀ ਮੰਨਦੇ ਹਾਂ ਅਤੇ ਇਸ ਨਾਲ ਹਰਨਾਕਸ਼ ਤੇ ਭਗਤ ਪ੍ਰਹਿਲਾਦ ਦੀ ਗਾਥਾ ਵੀ ਜੁੜੀ ਹੋਈ ਹੈ। ਇਸ ਦਿਨ ਲੋਕੀ ਇੱਕ ਦੂਜੇ ਉੱਤੇ ਰੰਗ ਸੁੱਟਦੇ, ਖਰੂਦ ਮਚਾਉਂਦੇ ਹਾਂ। ਸਤਿਗੁਰੂ ਜੀ ਨੇ ਸਿੱਖਾਂ ਵਿੱਚ ਨਵੀਂ ਪਿਰਤ ਹੋਲਾ ਮਹੱਲਾ ਮਨਾਉਣ ਦੀ ਜੋ ਸੀ ਉਹ ਸ਼ੁਰੂ ਕਰ ਦਿੱਤੀ। ਗੁਰਬਾਣੀ ਵਿੱਚ ਵੀ ਸਤਿਗੁਰੂ ਜੀ ਸਾਨੂੰ ਆਤਮਾ ਨੂੰ ਹਰੀ ਰੰਗ ਵਿੱਚ ਰੰਗਣ ਲਈ ਹੀ ਪ੍ਰੇਰਦੇ ਹਨ। ਵੈਸੇ ਜਦੋਂ ਭਾਰਤ ਵਿੱਚ ਮਨੋਵਾਦੀ ਸੋਚ ਨੇ ਮਨੁੱਖਤਾ ਨੂੰ ਵੰਡਿਆ ਤਾਂ ਹਰ ਚੀਜ਼ ਵੰਡੀ ਗਈ, ਜਿਹਦੇ ਅੰਦਰ ਤਿਉਹਾਰ ਵੀ ਵੰਡੇ ਗਏ ਅਤੇ ਤਿਉਹਾਰਾਂ ਦੇ ਅੰਦਰ ਵਿਸਾਖੀ ਜੋ ਸੀ ਉਹ ਬ੍ਰਾਹਮਣ ਦੇ ਹਿੱਸੇ ਵਿੱਚ ਆਈ, ਦੁਸਹਿਰਾ ਜੋ ਸੀ ਉਹ ਕਸ਼ਤੀਆਂ ਦੇ ਹਿੱਸੇ ਵਿੱਚ ਆਇਆ ਅਤੇ ਇਸੇ ਤਰੀਕੇ ਦੇ ਨਾਲ ਦੀਵਾਲੀ
ਵੈਸ਼ਾਂ ਦੇ ਹਵਾਲੇ ਕੀਤੀ ਗਈ ਤੇ ਹੋਲੀ ਜੋ ਸੀ ਉਹ ਸ਼ੂਦਰਾਂ ਦੇ ਹਿੱਸੇ ਆਈ। ਇਹਦਾ ਇਤਿਹਾਸ ਵੀ ਬੜਾ ਲੰਬਾ ਇਤਿਹਾਸ ਹੈ। ਪੁਰਾਤਨ ਜੋ ਕਥਾ ਅਨੁਸਾਰ, ਪੁਰਾਣਕ ਕਥਾ ਅਨੁਸਾਰ ਹਰਨਾਕਸ਼ ਰਾਜੇ ਨੇ ਸ਼ਿਵ ਦੀ ਭਗਤੀ ਕੀਤੀ ਅਤੇ ਭਗਤੀ ਕਰਕੇ ਉਸਨੇ ਵਰ ਜੋ ਸੀ ਉਹ ਪ੍ਰਾਪਤ ਕਰ ਲਿਆ। ਤੇ ਵਰ ਦੇ ਅੰਦਰ ਦੱਸਦੇ ਨੇ ਉਹਨੇ ਬੜੀ ਚਲਾਕੀ ਵਰਤੀ ਕਿ ਮੈਂ ਦਿਨ ਨੂੰ ਵੀ ਨਾ ਮਰਾਂ, ਮੈਂ ਰਾਤ ਨੂੰ ਵੀ ਨਾ ਮਰਾਂ, ਮੈਂ ਘਰ ਦੇ ਅੰਦਰ ਵੀ ਨਾ ਮਰਾਂ, ਮੈਂ ਬਾਹਰ ਵੀ ਨਾ ਵੀ ਮਰਾਂ, ਮੈਂ ਧਰਤੀ ਤੇ ਵੀ ਨਾ ਮਰਾਂ, ਮੈਂ ਆਕਾਸ਼ ਵਿੱਚ ਵੀ ਨਾ ਮਰਾਂ। ਤੇ ਫਿਰ ਉਸਨੇ ਦੱਸਿਆ ਮੈਨੂੰ ਕੋਈ ਜਾਨਵਰ ਵੀ ਨਾ ਮਾਰੇ, ਮੈਨੂੰ ਕੋਈ ਇਨਸਾਨ ਵੀ ਨਾ ਮਾਰੇ, ਮੈਨੂੰ ਕੋਈ ਹਥਿਆਰ ਵੀ ਨਾ ਮਾਰੇ। ਜੋ ਪੁਰਾਣਕ ਕਥਾ ਦੱਸਦੀ ਹੈ ਕਿ ਉਸ ਨੂੰ ਉਹ ਵਰ ਪ੍ਰਾਪਤ ਹੋ ਗਿਆ। ਇਹ ਵਰ ਪ੍ਰਾਪਤ ਕਰਕੇ ਉਸਨੇ ਇਹ ਮਹਿਸੂਸ ਕਰ ਲਿਆ ਕਿ ਹੁਣ ਮੈਂ ਮਰ ਨਹੀਂ ਸਕਦਾ, ਮੈਨੂੰ ਕੋਈ ਮਾਰ ਨਹੀਂ ਸਕਦਾ। ਤੇ ਉਸਨੇ ਇਹ ਗੱਲ ਸਮਝ ਲਈ ਕਿ ਮੈਨੂੰ ਹੁਣ ਇਸ ਸਾਰੀ ਪ੍ਰਜਾ ਨੂੰ ਆਪਣੇ ਪਿੱਛੇ ਲਾਣਾ ਚਾਹੀਦਾ ਹੈ। ਉਸਨੇ ਇੱਕ ਐਲਾਨ ਕਰ ਦਿੱਤਾ ਕਿ ਅੱਜ ਤੋਂ ਬਾਅਦ ਕੋਈ ਬੰਦਾ ਪ੍ਰਮਾਤਮਾ ਦੀ ਭਗਤੀ ਨਹੀਂ ਕਰੇਗਾ। ਜੋ ਜਪੇਗਾ ਉਹ ਜਲੇ ਹਰਨਾਕਸ਼ ਥਲੇ ਹਰਨਾਕਸ਼ ਜਪੇਗਾ। ਪਰ ਪ੍ਰਭੂ ਪ੍ਰਮਾਤਮਾ ਦੀ ਰਚਨਾ, ਉਸ ਅਕਾਲ ਪੁਰਖ ਦੇ ਸਿਧਾਂਤ ਜੋ ਸੰਸਾਰ ਦੇ ਅੰਦਰ ਵੱਖਰੇ ਨੇ, ਉਹ ਕਿਸੇ ਨੂੰ ਪੁੱਛ ਕੇ ਸੰਸਾਰ ਦੇ ਅੰਦਰ ਆਪਣੇ ਸਿਧਾਂਤਾਂ ਨੂੰ ਲਾਗੂ ਨਹੀਂ ਕਰਦਾ। ਤੇ ਇਤਿਹਾਸ ਦੇ ਅੰਦਰ ਜਾਂ ਉਸ ਗਾਥਾ ਦੇ ਅੰਦਰ ਇਹ ਗੱਲ ਲੱਭਦੀ ਹੈ ਕਿ ਉਸੇ ਦੇ ਘਰ ਦੇ ਅੰਦਰ ਇੱਕ ਪੁੱਤਰ ਨੇ ਜਨਮ ਲਿਆ ਜੋ ਭਗਤ ਹੋ ਕੇ ਨਿਬੜਿਆ, ਜੋ ਪ੍ਰਹਿਲਾਦ ਜੀ ਸਨ। ਫਿਰ ਉਸ ਦੀ ਭੈਣ ਹੋਲਕਾ, ਕਹਿੰਦੇ ਨੇ ਉਸਨੇ ਵੀ ਕਿਸੇ ਸ਼ਕਤੀ ਤੋਂ ਸ਼ਿਵ ਦੀ ਜੋ ਸੀ ਆਰਾਧਨਾ ਕਰਕੇ, ਭਗਤੀ ਕਰਕੇ ਉਥੋਂ ਵਰ ਪ੍ਰਾਪਤ ਕੀਤਾ ਸੀ ਕਿ ਉਹ ਅੱਗ ਵਿੱਚ ਸੜ ਨਹੀਂ ਸਕਦੀ। ਹੁਣ ਘਰ ਦੇ ਅੰਦਰ ਟਕਰਾਅ ਪੈਦਾ ਹੋ ਗਿਆ ਕਿਉਂਕਿ ਉਹ ਪ੍ਰਭੂ ਪਰਮਾਤਮਾ ਦੀ ਹਸਤੀ ਨੂੰ ਚੈਲੰਜ ਕਰ ਰਿਹਾ ਸੀ। ਤੇ ਦੂਜੇ ਪਾਸੇ ਪਰਮਾਤਮਾ ਨੇ ਉਹਦੇ ਘਰ ਦੇ ਅੰਦਰ ਹੀ ਆਪਣਾ ਭਗਤ ਜੋ ਹੈ ਉਹ ਪੈਦਾ ਕਰ ਦਿੱਤਾ। ਗੁਰੂ ਪਿਆਰ ਵਾਲਿਓ, ਇਤਿਹਾਸ ਅਨੁਸਾਰ ਉਸਨੇ ਸੰਸਾਰ ਦੇ ਅੰਦਰ ਇਹ ਜੋ ਸੀ ਆਪਣੀ ਉਸ ਸਲਤਨਤ ਦੇ ਅੰਦਰ ਇਹ ਐਲਾਨ ਕਰ ਦਿੱਤਾ ਕਿ ਕੋਈ ਵੀ ਜੋ ਹੈ ਰੱਬ ਦੀ ਭਗਤੀ ਨਹੀਂ ਕਰੇਗਾ, ਹੁਣ ਸਾਰੇ ਮੇਰੀ ਹੀ ਭਗਤੀ ਕਰਨਗੇ। ਇਸ ਗਾਥਾ ਨੂੰ, ਇਹ ਜੋ ਮਿਥਿਹਾਸਕ ਗਾਥਾ ਜਿਸ ਨੂੰ ਅਸੀਂ ਕਹਿੰਦੇ ਹਾਂ, ਜੋ ਕਹਾਣੀ ਹੈ, ਇਸ ਦਾ ਵਰਣਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਗਤ ਕਬੀਰ ਜੀ ਨੇ, ਭਗਤ ਨਾਮਦੇਵ ਜੀ ਨੇ ਅਤੇ ਤੀਜੇ ਪਾਤਸ਼ਾਹ ਜੀ ਨੇ ਵੀ 4 ਵਾਰ ਜੋ ਹੈ ਵਰਣਨ ਕੀਤਾ ਹੈ, ਜਿਹਦੇ ਵਿੱਚ ਸਾਨੂੰ ਸਬਕ ਦੇਣ ਦਾ ਯਤਨ ਕੀਤਾ। ਗੁਰੂ ਪਿਆਰ ਵਾਲਿਓ, ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਸੰਡਾ ਮਰਕਾ ਜਾਏ ਪੁਕਾਰੇ, ਪੜਿਆ ਨਹੀਂ ਹਮ ਹੀ ਪਚਹਾਰੇ। ਉਹ ਜੋ ਹਰਨਾਕਸ਼ ਸੀ, ਉਸਨੇ ਆਪਣੇ ਪੁੱਤਰ ਨੂੰ ਪੜਨ ਦੇ ਵਾਸਤੇ ਭੇਜ ਦਿੱਤਾ ਅਤੇ ਉਸ ਦਾ ਪੂਰਾ ਜ਼ੋਰ ਸੀ ਕਿ ਜਿਹੜਾ ਹੁਣ ਜਲੇ ਹਰੀ ਥਲੇ ਹਰੀ ਜਪਦਾ ਹੈ, ਇਸ ਨੂੰ ਸਮਝਾਇਆ ਜਾਵੇ, ਇਹਨੂੰ ਡਰਾਇਆ ਜਾਵੇ ਕਿ ਜਲੇ ਹਰਨਾਕਸ਼ ਥਲੇ ਹਰਨਾਕਸ਼ ਪੜੇ, ਇਹ ਮੇਰਾ ਹੀ ਜਪ ਕਰੇ। ਮੇਰੇ ਘਰ ਦੇ ਵਿੱਚ ਹੋ ਕੇ ਮੇਰਾ ਪੁੱਤਰ ਹੀ ਮੇਰੀ ਵਿਰੋਧਤਾ ਕਰ ਰਿਹਾ ਹੈ ਤਾਂ ਫਿਰ ਸੰਸਾਰ ਮੈਨੂੰ ਕਿਵੇਂ ਜੋ ਹੈ ਉਹ ਪੂਜੇਗਾ। ਗੁਰੂ ਪਿਆਰ ਵਾਲਿਓ, ਇਸ ਸ਼ਬਦ ਦੇ ਅੰਦਰ ਭਗਤ ਜੀ ਕਹਿੰਦੇ ਨੇ ਕਿ ਉਹਨੂੰ ਪੜਾਉਣ ਵਾਲੇ ਜੋ ਸ਼ੁਕਰਾਚਾਰਜ ਦੇ ਪੁੱਤਰ ਸੁੰਡ ਅਤੇ ਅੰਮ੍ਰਿਕ ਸਨ, ਉਹਨਾਂ ਨੇ ਆ ਕੇ ਸ਼ੋਰ ਪਾਇਆ, ਕਹਿਣ ਲਗੇ ਸੰਡਾ ਮਰਕਾ ਜਾਏ ਪੁਕਾਰੇ, ਪੜਿਆ ਨਹੀਂ ਹਮ ਹੀ ਪਚਾਰੇ, ਰਾਮ ਕਰੇ ਕਰਤਾਲ ਬਜਾਵੇ, ਚਟਿਆ ਸਭੇ ਬਿਗਾਰੇ। ਕਿ ਭਾਈ ਵੱਖਰੀ ਗੱਲ ਹੋ ਗਈ, ਸਾਡੀ ਗੱਲ ਨੂੰ ਸੁਣਦਾ ਹੀ ਨਹੀਂ, ਤਾਲ ਵਜਾਉਂਦਾ ਹੱਥਾਂ ਦੇ ਨਾਲ, ਤਾਲੀਆਂ ਦੇ ਨਾਲ, ਤੇ ਫਿਰ ਸਾਰੇ ਜਿਹੜੇ ਸਾਥੀ ਨੇ ਉਹਨਾਂ ਨੂੰ ਵੀ ਵਿਗਾੜ ਕੇ ਬਹਿ ਗਿਆ। ਰਾਮ ਨਾਮ ਜਪਬੋ ਕਰੈ, ਹਿਰਦਾ ਹਰ ਜੀ ਕੋ ਸਿਮਰਨ ਧਰੈ, ਕਿ ਹਰ ਵੇਲੇ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ, ਹਰ ਵੇਲੇ ਰਾਮ ਰਾਮ ਜਪਦਾ ਹੈ ਤੇ ਫਿਰ ਆਪਣੇ ਹਿਰਦੇ ਦੇ ਅੰਦਰ ਉਸ ਪ੍ਰਮਾਤਮਾ ਦਾ, ਹਰੀ ਦਾ ਸਿਮਰਨ ਕਰਦਾ ਹੈ। ਬਸ ਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੈ ਪਟਰਾਨੀ। ਵੱਡੀ ਰਾਣੀ ਉਹ ਵੀ ਦੁਖੀ ਹੋ ਗਈ ਕਿ ਪੁੱਤਰ ਨੂੰ ਸਮਝਾਇਆ ਜਾਵੇ। ਪੁੱਤਰ ਨੂੰ ਕਹਿ ਰਹੀ ਹੈ ਕਿ ਤੇਰੇ ਪਿਤਾ ਬਾਦਸ਼ਾਹ ਨੇ ਸਾਰੀ ਧਰਤੀ ਨੂੰ ਵਸ ਵਿੱਚ ਕਰ ਲਿਆ ਹੈ। ਬਸ ਦਾ ਬਸ ਕੀਨੀ ਸਭ ਰਾਜੇ, ਬਿਰਤੀ ਕਰੈ ਪਟਰਾਨੀ, ਪੁੱਤਰ ਪ੍ਰਹਿਲਾਦ ਕੇ ਆ ਨਹੀਂ ਮਾਨੈ, ਤਿਨ ਤੋਂ ਔਰੈ ਠਾਨੀ, ਦੁਸ਼ਟ ਸਭਾ ਮਿਲ ਮੰਤਰ ਉਪਾਇਆ, ਕਰਸੈ ਔਦ ਕਨੇਰੀ, ਗਿਰ ਤਰ ਜਲ ਜਵਾਲਾ ਪੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਸਾਰੀ ਕੋਸ਼ਿਸ਼ ਕੀਤੀ ਗਈ, ਉਹਨਾਂ ਨੇ ਮਤਾ ਪਕਾ ਲਿਆ ਭਾਈ ਇਸ ਨੂੰ ਜੋ ਹੈ ਹਰ ਤਰੀਕੇ ਦੇ ਨਾਲ ਮਾਰਨ ਦਾ ਯਤਨ ਸੀ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਸਤਿਗੁਰੂ ਦੀ ਬਾਣੀ ਦੇ ਅੰਦਰ ਕਿ ਪੱਥਰ, ਰੁੱਖ, ਜਲ, ਅੱਗ, ਹਰ ਚੀਜ਼ ਦੇ ਵਿੱਚੋਂ, ਇਹਨਾਂ ਸਾਰਿਆਂ ਦੇ ਡਰਾਂ ਚੋਂ ਭਗਤ ਪ੍ਰਹਿਲਾਦ ਜੋ ਸੀ ਉਹ ਬਚ ਗਏ ਨੇ। ਤੇ ਫਿਰ ਕਾੜ ਖੜ ਕਾਲ ਪੈਰ ਕੋਪਿਓ, ਮੋਏ ਬਤਾਵੋ ਜੋ ਤੋਏ ਰੱਖੈ, ਪੀਤ ਪਿਤਾੰਬਰ ਤ੍ਰਿਪੁਣ ਧਣੀ, ਖੰਭ ਮਾਏ ਹਰ ਭਾਖੈ, ਹਰਨਾਕਸ਼ ਜਿਨ ਨਕੈ ਬਿਧਾਰਿਓ, ਸੁਰ ਨਰ ਕੀਏ ਸਨਾਥਾ, ਕਹਿ ਨਾਮ ਦਿਓ ਹਰ ਨਰ ਹਰ ਧਿਆਵੋ, ਰਾਮ ਅਭੈ ਪਦ ਦਾਤਾ। ਇਸ ਸ਼ਬਦ ਦੇ ਅੰਦਰ ਉਸ ਸਾਰੀ ਗਾਥਾ ਦਾ ਵਰਣਨ ਕੀਤਾ ਗਿਆ ਕਿ ਉਹ ਜੋ ਹਰਨਾਕਸ਼ ਸੀ ਉਸਨੇ ਪੂਰਾ ਯਤਨ ਲਾਇਆ। ਜਦੋਂ ਭਗਤ ਪ੍ਰਹਿਲਾਦ ਨਹੀਂ ਮੰਨੇ ਤਾਂ ਉਸਨੇ ਇਹਨਾਂ ਨੂੰ ਮਾਰਨ ਦੇ ਵਾਸਤੇ ਤਰੀਕਾ ਲੱਭਿਆ ਕਿ ਮੈਂ ਇਸ ਨੂੰ ਵੱਖ-ਵੱਖ ਤਰੀਕੇ, ਕਿਤੇ ਪੱਥਰ ਤੋਂ, ਪਹਾੜ ਤੋਂ ਸੁੱਟਿਆ ਗਿਆ, ਡਰ ਦਿੱਤੇ ਗਏ, ਡਰਾਵੇ ਦਿੱਤੇ ਗਏ, ਪਰ ਜਦੋਂ ਦੇਖਿਆ ਕੋਈ ਅਸਰ ਨਹੀਂ ਹੁੰਦਾ ਤਾਂ ਉਸਨੇ ਆਪਣੀ ਭੈਣ, ਜਿਸ ਦੇ ਵਾਸਤੇ ਸੀ ਕਿ ਭਈ ਇਹਨੂੰ ਵਰ ਪ੍ਰਾਪਤ ਹੈ, ਉਹਦੀ ਗੋਦ ਵਿੱਚ ਬਿਠਾ ਕੇ ਅੱਗ ਲਾ ਕੇ ਸਾੜਨ ਦਾ ਯਤਨ ਕੀਤਾ ਕਿ ਭਈ ਇਸ ਨੂੰ ਲੱਕੜ ਇਕੱਠੀ ਕਰਕੇ
ਬਿਠਾ ਕੇ ਉਸ ਹੋਲਕਾਂ ਦੀ ਗੋਦ ਦੇ ਵਿੱਚ ਅੱਗ ਲਾਵਾਂਗੇ ਤੇ ਜਿਹੜਾ ਇਹ ਹੋਲਕਾ ਹੈ ਉਸ ਨੂੰ ਵਰ ਹੈ ਉਹ ਬਚ ਜਾਵੇਗੀ, ਲੇਕਿਨ ਇਹ ਸੜ ਜਾਵੇਗਾ। ਪਰ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਵੀ ਇਸ ਗੱਲ ਦਾ ਦ੍ਰਿਸ਼ਟਾਂਤ ਹੈ, ਉਹ ਮਿਥਿਹਾਸਕ ਗਾਥਾ ਵੀ ਦੱਸਦੀ ਹੈ, ਜੋ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਗਿਆਨ ਦੇਣ ਵਾਸਤੇ ਵਰਤਿਆ ਹੈ ਕਿ ਦੇਖੋ ਭਾਈ, ਉਸਨੇ ਪੂਰੇ ਯਤਨ ਕੀਤੇ, ਆਖਰ ਜੋ ਹੋਲਕਾਂ ਸੀ ਉਹ ਸੜ ਗਈ, ਪ੍ਰਹਿਲਾਦ ਫੇਰ ਬਚ ਗਿਆ। ਪ੍ਰਹਿਲਾਦ ਜੀ ਫੇਰ ਬਚ ਗਏ ਨੇ। ਫਿਰ ਉਸਨੇ ਆਖਰੀ ਜੋ ਸੀ ਤਰੀਕਾ ਲੱਭਿਆ ਕਿ ਥੰਬ ਨੂੰ ਲਾਲ ਕਰਕੇ ਉਸ ਨੂੰ ਅੱਗ ਜੋ ਸੀ ਲੋਹੇ ਦੇ ਥੰਬ ਨੂੰ ਲਾਲ ਕੀਤਾ ਗਿਆ ਤੇ ਪ੍ਰਹਿਲਾਦ ਨੂੰ ਉਹਦੇ ਨਾਲ ਜੋ ਸੀ ਅਸੀਂ ਕਹਿ ਸਕਦੇ ਭਈ ਉਹਨੂੰ ਪਕੜਨ ਦੇ ਵਾਸਤੇ, ਕਲਾਵਾ ਮਾਰਨ ਦੇ ਵਾਸਤੇ ਮਜਬੂਰ ਕੀਤਾ ਗਿਆ। ਕੁਝ ਇਤਿਹਾਸ ਦੇ ਵਿੱਚ ਹਵਾਲੇ ਲੱਭਦੇ ਨੇ ਕਿ ਉਸ ਥੰਮ ਨੂੰ ਦੇਖ ਕੇ ਪ੍ਰਹਿਲਾਦ ਜੀ ਕੁਝ ਦੇਰ ਰੁਕੇ ਨੇ, ਲੇਕਿਨ ਇੱਕ ਚਿੰਟੀ ਚਲਦੀ ਨਜ਼ਰ ਆਈ, ਉਹ ਇੱਕ ਵੱਖਰੀ ਗੱਲ ਹੈ। ਤੇ ਕਹਿੰਦੇ ਨੇ ਉਸ ਵੇਲੇ ਉਹ ਥੰਮ ਫਟਿਆ ਹੈ ਤੇ ਥੰਮ ਫਟਣ ਦੇ ਨਾਲ ਉਹਦੇ ਵਿੱਚੋਂ ਇੱਕ ਜੋ ਸੀ ਸ਼ਕਤੀ ਪ੍ਰਗਟ ਹੋ ਗਈ, ਜਿਸ ਦਾ ਸਰੂਪ ਨਰਸਿੰਘ ਸੀ। ਨਾ ਉਹ ਜਾਨਵਰ ਸੀ, ਨਾ ਉਹ ਮਨੁੱਖ ਸੀ, ਅੱਧਾ ਸਰੀਰ ਸ਼ੇਰ ਵਾਲਾ ਤੇ ਬਾਕੀ ਅੱਧਾ ਮਨੁੱਖਾਂ ਵਾਲਾ। ਫਿਰ ਉਸਨੇ ਆਪਣੀਆਂ ਪੱਟਾਂ ਦੇ ਉੱਤੇ ਰੱਖ ਕੇ ਨਾਹਾਂ ਦੇ ਨਾਲ ਜੋ ਸੀ ਉਹ ਪਾੜ ਕੇ ਹਰਨਾਕਸ਼ਪ ਨੂੰ ਮਾਰ ਦਿੱਤਾ। ਹਰਨਾਕਸ਼ ਜਿਨ ਨਖੇ ਵਿਧਾਰਿਓ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਹਰਨਾਕਸ਼ ਛੇਦਿਓ ਨਖੇ ਵਿਧਾਰ, ਕਿ ਨਾਖਣਾ ਦੇ ਨਾਲ ਫੜ ਕੇ, ਨੋਹਾਂ ਦੇ ਨਾਲ ਫੜ ਕੇ ਉਸ ਨੂੰ ਮਾਰ ਦਿੱਤਾ। ਹੁਣ ਇਹਦੇ ਵਿੱਚੋਂ ਜੋ ਸਾਨੂੰ ਸਬਕ ਦਿੱਤਾ ਗਿਆ, ਸਤਿਗੁਰੂ ਪਾਤਸ਼ਾਹ ਨੇ ਇੱਕ ਗੱਲ ਚੇਤੇ ਰੱਖਿਓ, ਕੋਈ ਕਿੰਨੀ ਵੀ ਸ਼ਕਤੀ ਇਕੱਠੀ ਕਰ ਲਵੇ, ਪਰ ਉਹ ਪ੍ਰਭੂ ਪਰਮਾਤਮਾ ਜੋ ਹੈ ਉਸ ਤੋਂ ਵੱਧ ਕੇ ਕੋਈ ਵੀ ਨਹੀਂ ਹੋ ਸਕਦਾ। ਤੇ ਫਿਰ ਜਦੋਂ ਵੀ ਕੋਈ ਵੱਡਾ ਆਪਣੀ ਸ਼ਕਤੀ ਦਾ ਜੋ ਹੈ ਜੋਰ ਦੱਸਣ ਵਾਲਾ ਕਿਤੇ ਵੀ ਕਦੀ ਧਰਮੀਆਂ ਦੇ ਉੱਤੇ, ਕਿਤੇ ਵੀ ਕਦੀ ਕਿਸੇ ਭਗਤ ਦੇ ਉੱਤੇ ਜ਼ੁਲਮ ਕਰੇਗਾ, ਤੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਨੂੰ ਅਸੀਂ ਰੋਜ਼ ਪੜ੍ਹਦੇ ਹਾਂ, ਹਰ ਜੁਗ ਜੁਗ ਭਗਤ ਤੋਂ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟਰ ਮਾਰਿਆ, ਪ੍ਰਹਿਲਾਦ ਤਰਾਇਆ। ਹੁਣ ਗੁਰੂ ਪਿਆਰ ਵਾਲਿਓ, ਹਿੰਦੂ ਲੋਕੀ ਇਸ ਸਾਖੀ ਨੂੰ ਮੁੱਖ ਰੱਖ ਕੇ, ਇਸ ਮਿਥਿਹਾਸਕ ਗਾਥਾ ਨੂੰ ਮੁੱਖ ਰੱਖ ਕੇ ਹੋਲੀ ਵਾਲੇ ਦਿਨ ਪਹਿਲਾਂ ਹੋਲਕਾਂ ਨੂੰ ਸਾੜਦੇ ਸੀ, ਫਿਰ ਉਸ ਦੀ ਸੁਆਹ ਠੰਡੀ ਹੋਣ ਤੇ ਇੱਕ ਦੂਜੇ ਦੇ ਉੱਤੇ ਸੁੱਟਦੇ, ਹਵਾ ਦੇ ਵਿੱਚ ਉਡਾਉਂਦੇ ਸੀ ਤੇ ਇਹ ਖਿਆਲ ਕਰਦੇ ਸਨ ਕਿ ਹੰਕਾਰੀ ਆਖਰ ਸੜ ਜਾਂਦਾ ਹੈ, ਅਤੇ ਹੰਕਾਰ ਜੋ ਹੈ ਉਹ ਸੁਆਹ ਦੀ ਤਰ੍ਹਾਂ ਹੈ, ਰਾਖ ਦੀ ਤਰ੍ਹਾਂ ਹੈ। ਜਿਵੇਂ ਇਹ ਹਵਾ ਦੇ ਵਿੱਚ ਅਸੀਂ ਉਡਾ ਰਹੇ ਹਾਂ, ਕਿਸੇ ਵੱਡੇ ਤੋਂ ਵੱਡੇ ਦਾ ਹੰਕਾਰ ਵੀ ਜੋ ਹੈ ਉੱਡ ਜਾਂਦਾ ਹੈ, ਉਹਦੀ ਹੋਂਦ ਮਿਟ ਜਾਂਦੀ ਹੈ, ਉਹ ਸਦੀਵੀ ਤੌਰ ਦੇ ਉੱਤੇ ਟਿਕ ਨਹੀਂ ਸਕਦਾ। ਸਹਿਜੇ ਸਹਿਜੇ ਇਹ ਰਾਖ ਦੇ ਨਾਲ ਨਾਲ ਇਸ ਤਿਉਹਾਰ ਨੇ ਜੋ ਸੀ ਉਹ ਤਰੀਕਾਕਾਰ ਇਹਦਾ ਬਦਲ ਗਿਆ। ਇਹਦੇ ਵਿੱਚ ਗੰਦਮੰਦ ਵੀ ਇੱਕ ਦੂਜੇ ਦੇ ਉੱਤੇ ਸੁੱਟਣਾ ਸ਼ੁਰੂ ਕੀਤਾ, ਗੋਬਰ ਤੇ ਪਾਣੀ ਵੀ ਸੁੱਟਣਾ ਸ਼ੁਰੂ ਕੀਤਾ। ਫਿਰ ਇਸ ਤਿਉਹਾਰ ਦੇ ਵਿੱਚ ਗਲਾਜ਼ਤ, ਗੰਦਗੀ ਜੋ ਸੀ ਉਹ ਆ ਗਈ। ਫਿਰ ਇਸੇ ਤਿਉਹਾਰ ਨੂੰ ਗਲਾਜ਼ਤ ਤੇ ਗੰਦਾ ਸਮਝ ਕੇ ਚੁੱਕ ਕੇ ਸ਼ੂਦਰਾਂ ਦੇ ਹਵਾਲੇ ਕਰ ਦਿੱਤਾ ਗਿਆ। ਫਿਰ ਇਤਿਹਾਸਕ ਹਵਾਲਿਆਂ ਵਿੱਚ ਇਹ ਵੀ ਲੱਭਦਾ ਹੈ ਕਿ ਇਸੇ ਤਿਉਹਾਰ ਨੂੰ ਜੋ ਰੰਗਾਂ ਦੇ ਤਿਉਹਾਰ ਕਰਕੇ ਵੀ ਮਨਾਇਆ ਜਾਣ ਲੱਗ ਪਿਆ, ਲੋਕੀ ਇੱਕ ਦੂਜੇ ਤੇ ਰੰਗ ਸੁੱਟਦੇ, ਇਸ ਨੂੰ ਭਗਵਾਨ ਕ੍ਰਿਸ਼ਨ ਤੇ ਗੋਪੀਆਂ ਨਾਲ ਵੀ ਜੋੜ ਦਿੱਤਾ ਗਿਆ ਕਿ ਕ੍ਰਿਸ਼ਨ ਜੀ ਅਤੇ ਗੋਪੀਆਂ ਵੀ ਜੋ ਸਨ ਉਹ ਇਸ ਰੰਗਾਂ ਦੇ ਤਿਉਹਾਰ ਨੂੰ ਖੇਡਦੇ ਸਨ। ਪਰ ਸਮੇਂ ਦੇ ਚਲਦੇ ਚਲਦੇ ਇਹ ਤਿਉਹਾਰ ਜੋ ਸੀ ਆਪਣੇ ਰੰਗ ਰੂਪ ਨੂੰ ਹੀ ਬਦਲ ਗਿਆ। ਧੰਨ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੇ, ਸਤਿਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ ਸਾਨੂੰ ਇਹ ਜੋ ਕੱਚੇ ਰੰਗ ਨੇ, ਜਿਹੜੇ ਕੇਵਲ ਸ਼ਰੀਰਾਂ ਦੇ ਉੱਤੇ ਮਲੇ ਜਾਂਦੇ ਨੇ, ਜਿਨ੍ਹਾਂ ਦੇ ਅੰਦਰ ਕਾਮ ਵਾਸ਼ਨਾ ਛਪੀ ਹੈ, ਜਿਹਦੇ ਅੰਦਰ ਜੋ ਗਲਾਜ਼ਤ ਹੈ, ਜਿਹਨੂੰ ਲੋਕੀ ਇੱਕ ਦੂਜੇ ਦੇ ਸੱਟਣ ਤੋਂ ਬਾਅਦ ਕਿਤੇ ਜੂਏ ਖੇਲ ਰਹੇ ਨੇ, ਸ਼ਰਾਬਾਂ ਪੀ ਰਹੇ ਨੇ, ਆਪਸ ਵਿੱਚ ਡਾਂਗਾਂ ਖੜਕਦੀਆਂ ਨੇ, ਕਤਲ ਹੋ ਜਾਂਦੇ ਨੇ, ਸਤਿਗੁਰੂ ਪਾਤਸ਼ਾਹ ਨੇ ਸਾਨੂੰ ਇਸ ਪਾਸਿਓਂ ਰੋਕ ਲਿਆ। ਤੇ ਸਤਿਗੁਰੂ ਪਾਤਸ਼ਾਹ ਨੇ ਬਾਣੀ ਦੇ ਅੰਦਰ ਸ਼ੁਰੂ ਤੋਂ ਹੀ ਸਾਨੂੰ ਆਪਣੀ ਆਤਮਾ ਦੇ ਉੱਤੇ ਪੱਕਾ ਰੰਗ ਜੋ ਸੀ ਚੜਾਉਣ ਦੇ ਵਾਸਤੇ ਸਤਿਗੁਰਾਂ ਨੇ ਪ੍ਰੇਰਿਤ ਕੀਤਾ। ਸਤਿਗੁਰੂ ਜੀ ਦੀ ਬਾਣੀ ਨੇ ਸਾਨੂੰ ਆਤਮਾ ਨੂੰ ਪੱਕੇ ਰੰਗ ਵਿੱਚ ਰੰਗਣ ਦੇ ਲਈ ਥਾਂ ਥਾਂ ਦੇ ਉੱਤੇ ਪ੍ਰੇਰਿਆ। ਸਤਿਗੁਰੂ ਬਖਸ਼ਿਸ਼ ਕਰਦੇ ਹਨ, ਹੋਲੀ ਕੀਣੀ ਸੰਤ ਸੇਵ। ਸਤਿਗੁਰੂ ਕਹਿੰਦੇ ਗੁਰੂ ਪਿਆਰ ਵਾਲਿਓ, ਅਸੀਂ ਵੀ, ਸਾਡੀ ਵੀ ਹੋਲੀ ਹੈ, ਲੇਕਿਨ ਉਹ ਹੋਲੀ ਕਿਹੜੀ ਹੈ? ਇਹ ਹੋਲੀ ਨਹੀਂ ਜਿਹੜੀ ਲੋਕੀ ਖੇਡ ਰਹੇ ਨੇ ਕਿ ਗੰਦ ਲੈ ਕੇ ਇੱਕ ਦੂਜੇ ਦੇ ਉੱਤੇ ਸੁੱਟ ਰਹੇ ਨੇ, ਰੰਗ ਲੈ ਕੇ ਇੱਕ ਦੂਜੇ ਦੇ ਉੱਤੇ ਸੁੱਟ ਰਹੇ ਨੇ, ਉਹਨਾਂ ਦੇ ਅੰਦਰ ਵਿਕਾਰ ਛਪੇ ਹੋਏ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਇੱਕ ਪਾਸੇ ਤੁਹਾਡੀਆਂ ਬਹੁ ਬੇਟੀਆਂ ਗਜਨੀ ਦੇ ਬਾਜ਼ਾਰਾਂ 'ਚ ਵਿਕਦੀਆਂ ਨੇ, ਇੱਕ ਪਾਸੇ ਤੁਹਾਡੇ ਧਾਰਮਿਕ ਸਥਾਨ ਲੁੱਟੇ ਜਾ ਰਹੇ ਨੇ, ਇੱਕ ਪਾਸੇ ਜੋ ਹੈ ਤੁਹਾਡੇ ਉੱਤੇ ਜ਼ੁਲਮ ਹੋ ਰਿਹਾ ਹੈ, ਤੁਹਾਨੂੰ ਮਾਨਸਿਕ ਤੌਰ ਦੇ ਉੱਤੇ, ਸਰੀਰਕ ਤੌਰ ਦੇ ਉੱਤੇ ਜੋ ਹੈ ਗੁਲਾਮ ਕਰ ਲਿਆ ਗਿਆ ਹੈ। ਇੱਕ ਪਾਸੇ ਤੁਹਾਨੂੰ ਧਰਮ ਦੀ ਆਜ਼ਾਦੀ ਕੋਈ ਨਹੀਂ, ਦੂਜੇ ਪਾਸੇ ਇੱਕ ਪਾਸੇ ਗਿਣਤੀ ਦੇ ਘੋੜਸਵਾਰਾਂ ਨੇ ਆ ਕੇ ਤੁਹਾਨੂੰ ਨਾ ਕੇਵਲ ਗੁਲਾਮ ਬਣਾਇਆ ਹੈ, ਸਗੋਂ ਤੁਹਾਡੇ ਉੱਤੇ ਰਾਜ ਭਾਗ ਕਰ ਰਹੇ ਨੇ, ਆਪਣੀਆਂ ਰੋਹ ਰੀਤਾਂ ਤੁਹਾਡੇ ਦੇ ਵਿੱਚ ਉਹਨਾਂ ਨੇ ਜੋ ਜ਼ਬਰੀ ਤੁਹਾਡੇ ਤੋਂ ਮਨਾ ਰਹੇ ਨੇ। ਤੇ ਦੂਜੇ ਪਾਸੇ ਇਹ ਰੰਗ ਤੁਸੀਂ ਇੱਕ ਦੂਜੇ ਦੇ ਉੱਤੇ ਸੁੱਟ ਕੇ ਅੱਤ ਦੀ ਜੋ ਹੈ ਉਹ ਨੀਚਤਾ ਦਰਸਾ ਰਹੇ ਹੋ, ਅੱਤ ਦੀ ਜੋ ਹੈ ਗੈਰਤਹੀਨ ਜੋ ਹੈ ਉਹ ਆਪਣੇ ਆਪ ਨੂੰ ਸਾਬਤ ਕਰ ਰਹੇ ਹੋ। ਤੇ ਸਤਿਗੁਰੂ ਪਾਤਸ਼ਾਹ ਨੇ ਦੱਸਿਆ ਕਿ ਭਾਈ ਦੁਨੀਆ ਦੇ ਲੋਕੋ, ਅਤੇ ਖਾਸ ਕਰਕੇ ਧਰਮੀ ਲੋਕਾਂ ਨੂੰ, ਗੁਰੂ ਕੇ ਸਿੱਖਾਂ ਨੂੰ ਦੱਸਿਆ ਕਿ ਸਾਡੇ ਵਾਸਤੇ ਹੋਲੀ ਕੀ ਹੈ। ਹੋਲੀ ਕੀਣੀ ਸੰਤ ਸੇਵ,
रंग लगा अत लाल देव, आज हमारा ग्रह बसंत गुण गाए प्रभ तुम बयान। सतगुरु पातशाह कहते ने भाई ये जे किते बसंत दे नाल जुड़िया है ते सतगुरु पातशाह कहते ने जदों असीं परमात्मा दे गुण गाउंदे हां फिर साडे विच बसंत है। असीं जदों संतां दी सेवा करदे हां उस वेले साडे वास्ते होली है ते फिर वो होली भगत जनां दी सेवा परमात्मा दी बंदगी हरि दे गुण गावणे एक पक्का रंग है। सतगुरु कहते आज हमारे बने फाग, क्योंकि फगण दे अंदर ये बनती है होली। सतगुरु कहते ने प्रभ संगी मिल खेलन लाग। साडे अंदर ये जो होली है जो प्रभु दे संगियां दे नाल बैठ के असीं आत्मक रंग दे विच अपने आप नूं रंग के प्रभु दीयां खेडां दे अंदर खेडदे हां, उहदे हुकम दे अंदर खेडां दे विच अपने जीवन नूं बतीत करदे हां ते सतगुरु कहंदे ने साडे विच ओ जो है सब तो वड्डी होली ये है। होली कीनी संत सेव, रंग लगा अत लाल देव। मारे कहते मन तन मोलियो अत अनूप, सूकै नाई छाव धूप। कहते इहदे नाल मन ते तन दोवें मोलदे ने। साडा मन भी मोल जाता है, तन भी मोलदा है, ते फिर ये किसी छां ते धुप दे विच सुकदा नहीं। ते मारे बख्शिश करदे ने भाई सगली रुती हरिया होए, सत बसंत गुर मिले देव। ते मारे बख्शिश करदे ने भाई कि हर रुत दे अंदर ये हरिया ही रहिंदा है। ਜਦੋਂ ਉਹ परमात्मा अकाल पुरख वाहिगुरू ਸਾਨੂੰ ਲੱਭ ਜਾਂਦਾ ਹੈ ਉਹਦੇ ਨਾਲ ਸਾਡੀ ਮੇਲ ਹੋ ਜਾਂਦਾ ਹੈ। ਸਤਿਗੁਰੂ ਮਜੀੜ ਦੇ ਰੰਗ ਦੀ ਗੱਲ ਕਰਦੇ ਨੇ, ਕੁਸੰਬੇ ਦੀ ਨਹੀਂ ਕਿ ਜਿਹੜਾ ਰੋਜ਼ ਅਸੀਂ ਆਪਣੇ ਉੱਤੇ ਸੁੱਟ ਲਈਏ ਉਤਰ ਜਾਵੇ। ਸਤਿਗੁਰੂ ਕਹਿੰਦੇ ਨਹੀਂ, ਇਹ ਵਿਕਾਰਾਂ ਵਾਲੇ ਰੰਗਾਂ ਤੋਂ ਬਾਹਰ ਨਿਕਲ ਕੇ ਸੱਚੇ ਰੰਗ ਦੇ ਨਾਲ ਜੁੜ। ਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਜਾਂਕੋ ਹਰ ਰੰਗ ਲਾਗੋ ਇਸ ਯੁਗ में ਸੋ ਕੀयत है सूरा। ਸਤਿਗੁਰੂ ਕਹਿੰਦੇ ਜਿਸ ਨੂੰ ਹਰੀ ਦਾ ਰੰਗ ਲੱਗ ਜਾਵੇ ਉਹ ਹੀ ਸੰਸਾਰ ਦੇ ਅੰਦਰ ਸੁਰਮਾ ਹੈ। ਲੇਕਿਨ ਜਿਹੜਾ लाल रंग दे विच रंगिया जावे, पक्के रंग दे विच रंगिया जावे ते सतगुरु कहंदे ने ओहियो फिर जो तो प्रेम खिलन का चाओ, सिर तली गली मेरी आओ दी गल कर सकदा है। राम रंग कदे उतर ना जाए। मारे कहंदे तू अपने उत्ते ओ रंग चाड़ परमात्मा दी बंदगी दा जिहड़ा कदी ना उतरे। ते फिर काया रंगन जेथी है प्यारे, पाइया नाओ मजीठ, रंगन वाला जे रंगै साहिब ऐसा रंग ना डीठ। सतगुरां ने पक्के रंग दी गल कीती ते गुरु कलगीधर पातशाह जी ने भारत दे लोकां दी गुलामी ਅਤੇ ਮਾਨਸਿਕਤਾ ਨੂੰ ਭੰਪਦੇ ਹੋਏ ਆਪਣੇ ਸਿੱਖਾਂ ਵਿੱਚ ਅਣਖ ਤੇ ਗੈਰਤ ਦੇ ਜੀਵਨ ਦਾ ਜੀਵਨ ਜਿਉਣ ਦਾ ਜੋ ਢੰਗ ਸੀ, ਉਹ ਬਲ ਜੋ ਸੀ ਉਹ ਭਰਿਆ। ਸਤਿਗੁਰੂ ਜੀ ਨੇ ਹੋਲੀ ਦੀ ਥਾਂ ਸਿੱਖਾਂ ਨੂੰ ਹੋਲੇ ਮਹੱਲੇ ਦਾ ਤਿਉਹਾਰ ਦਿੱਤਾ। ਸਤਿਗੁਰਾਂ ਨੇ ਦੇਖਿਆ ਕਿ ਭਈ ਇਹ ਲੋਕੀ ਗੈਰਤੀ ਲੋਕੇ, ਅਣਖੀ ਲੋਕੇ, ਅੱਜ ਇਹਨਾਂ ਦਾ ਧਰਮ ਜੋ ਹੈ ਉਹ ਸੁਤੰਤਰ ਨਹੀਂ, ਇਹਨਾਂ ਦੇ ਜੋ ਘਰ ਘਾਟ ਸੁਤੰਤਰ ਨਹੀਂ, ਇਹਨਾਂ ਦੀਆਂ ਇੱਜ਼ਤਾਂ ਜੋ ਨੇ ਉਹ ਗਜਨੀ ਦੇ ਬਾਜ਼ਾਰਾਂ 'ਚ ਰੁਲਦੀਆਂ ਨੇ। ਇਹ ਝੂਠੇ ਰੰਗਾਂ ਦੇ ਵਿੱਚ ਖਚਤ ਹੋਏ ਮਨੁੱਖਤਾ ਨੂੰ ਵੰਡ ਰਹੇ ਨੇ ਅਤੇ ਫਿਰ ਇਹ ਆਪਣੇ ਉੱਤੇ ਰੰਗ ਪਾ ਕੇ ਆਪਣੇ ਜੀਵਨ ਨੂੰ ਬਰਬਾਦ ਕਰ ਰਹੇ ਨੇ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਜੋ ਸੀ ਉਹ ਹੋਲੀ ਤੋਂ ਹੋਲੇ ਮਹੱਲੇ ਦਾ ਤਿਉਹਾਰ ਜੋ ਦਿੱਤਾ ਅਤੇ ਬਚਨ ਕੀਤੇ ਜੋ ਕਵੀ ਸੁਮੇਰ ਸਿੰਘ ਜੀ ਅਨੁਸਾਰ ਔਰਨ ਕੀ ਹੋਲੀ ਮਮ ਹੋਲਾ ਕਿ ਉਹ ਕਿਰਪਾ ਨਿਰ ਬਚਨ ਅਮੋਲਾ, ਕਿ ਬਾਕੀ ਲੋਕਾਂ ਦੀ ਹੋਲੀ ਹੋਵੇਗੀ, ਸਾਧੂ ਕਹਿਣ ਲੱਗੇ ਸਾਡਾ ਹੋਲਾ ਹੋਵੇਗਾ। ਗੁਰੂ ਪਿਆਰ ਵਾਲਿਓ, ਸਿੱਖਾਂ ਦੇ ਬੋਲ ਵੀ ਚੜ੍ਹਦੀ ਕਲਾ ਵਾਲੇ ਸਨ, ਦੁਨੀਆ ਦੇ ਨਾਲੋਂ ਨਿਆਰੇ ਸਨ। ਜਦੋਂ ਅਸੀਂ ਕਵੀ ਨਿਹਾਲ ਸਿੰਘ ਜੀ ਨੂੰ ਪੜ੍ਹਦੇ ਹਾਂ ਉਹ ਕਹਿੰਦੇ ਨੇ ਬਰਛਾ ਢਾਲ ਕਟਾਰਾ ਤੇਗਾ ਕਰਛਾ ਦੇਗਾ ਗੋਲਾ। ਲੋਕੀ ਗੋਲੀ ਕਹਿੰਦੇ ਸਨ, ਤੇਗ ਕਹਿੰਦੇ ਸਨ, ਬਰਛੀ ਕਹਿੰਦੇ ਸਨ, ਢਾਲ ਕਹਿੰਦੇ ਸਨ, ਕਟਾਰ ਕਹਿੰਦੇ ਸਨ, ਤੇਗ ਕਹਿੰਦੇ ਸਨ, ਪਰ ਖਾਲਸੇ ਦੇ ਬੋਲਾਂ ਦੇ ਅੰਦਰ ਚੜ੍ਹਦੀ ਕਲਾ ਸੀ। ਬਰਛਾ ਢਾਲ ਕਟਾਰਾ ਤੇਗਾ ਕਰਛਾ ਦੇਗਾ ਗੋਲਾ ਹੈ, ਛਕਾ ਪ੍ਰਸ਼ਾਦਾ ਸਜਾ ਦਸਤਾਰਾ, आर कर दोना टोला है, सोपट सुचाला अर लख बाह, कलगा सिंह सुचोला है, अपर मुछैरा दाड़ा जैसे तैसे बोला होला है। कहने लगे सतगुरु कि सिख मुछैरा कहता है, सतगुरु लखबाह कहता है, सिख लखबाह कहता है। सिखां दे बोल जो ने वो दुनिया दे नालों वखरे ने, किसी दी अखां नहीं, उसनूं सुरमा सिंह कहंदे। गुरु प्यारे वाले जिकदे भुखे ने तां कहंदे ने लंगर जिकदे खत्म हो गया, लंगर मस्ताना कहंदे ने, भुखे ने कड़ाका कहंदे ने, कदी ढैंदी कला वाली गल नहीं सन करते। इसे तरह सतगुरु पातशाह ने सानू होली तो जो सी वो होला जो सी वो दे दिता, एक ना ही वखरा दिता। ते जिहदे वास्ते ये जो होला अखर है ये फारसी दा है, जिस तो भाव हमला ते महला तो भाव जाए हमला, वो थां जिस दे उत्ते हमला किया जा। एक पासे अत दा जुल्म है, जालम बादशाह तखत दे उत्ते है, जबरदस्त धर्म परिवर्तन जबरी धर्म परिवर्तन हो रहे हैं। गुरु तेग बहादुर पातशाह की शहादत हो चुकी है, जिन्हां वास्ते शहादत हुई वो जालमां दे नाल मिल के गुरु घर दे उत्ते हमले कर रहे हैं। ते सतगुरु पातशाह ने फिर आनंदपुर साहब की पावन धरती दे उत्ते सतगुरु जी ने पहली वार जो सी वो होले महल्ले का त्योहार जो सी वो बनाया, जिहदे विच सतगुरु जी ने ਸਿੰਘਾਂ ਦੇ ਵੱਖ-ਵੱਖ जथे तैयार करने अते फिर
ਇੱਕ ਥਾਂ ਨੂੰ ਨਿਯਤ ਕਰਕੇ ਜੋ ਸੀ ਉਹਨਾਂ ਜਥਿਆਂ ਨੇ ਉਸ ਥਾਂ ਦੇ ਉੱਤੇ ਹਮਲਾ ਕਰਨਾ। ਇੱਕ ਕਿਸਮ ਦੀ ਇੱਕ ਮਸਨੂਈ ਜੰਗ, ਜਿਸ ਨੂੰ ਅਸੀਂ ਜੰਗੀ ਮਸ਼ਕ ਕਹਿ ਸਕਦੇ ਹਾਂ, ਇਹ ਕੀਤੀ ਜਾਂਦੀ ਸੀ। ਅਤੇ ਫਿਰ ਜਿਹੜੀ ਜਥਾ ਉਸ ਥਾਂ ਦੇ ਉੱਤੇ ਜਾ ਕੇ ਕਾਬਜ਼ ਹੋ ਜਾਂਦਾ, ਸਤਿਗੁਰੂ ਉਹਨਾਂ ਨੂੰ ਦੇਖਦੇ, ਸਤਿਗੁਰੂ ਆਪ ਇੱਕ ਥਾਂ ਤੇ ਬੈਠ ਕੇ ਇਸ ਸਾਰੇ ਨਜ਼ਾਰੇ ਨੂੰ ਦੇਖਦੇ। ਸਿੰਘਾਂ ਦੇ ਖੂਬ ਸ਼ਸਤਰਾਂ ਦੇ ਜ਼ੋਹਰ ਦੇ ਸਿੰਘ ਜੋ ਸਨ, ਦੇ ਖੂਬ ਸ਼ਸਤਰਾਂ ਦੇ ਜ਼ੋਰ ਜੋ ਅਜ਼ਮਾਏ ਜਾਂਦੇ। ਫਿਰ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਦੀਵਾਨ ਦੇ ਵਿੱਚ ਜਦੋਂ ਗੁਰਬਾਣੀ ਦੇ ਸ਼ਬਦ ਕੀਰਤਨ ਹੁੰਦੇ, ਵਿਚਾਰਾਂ ਉਪਰੰਤ ਗੁਰੂ ਪਾਤਸ਼ਾਹ ਜੋ ਸੀ ਜਿੱਤਣ ਵਾਲਿਆਂ ਨੂੰ ਇਨਾਮਾਂ ਵੀ ਦਿੰਦੇ, ਅਤੇ ਫਿਰ ਨਾਲ ਜੋ ਸ਼ਸਤਰ ਦੇ ਗੁਰ ਸਨ ਉਹ ਵੀ ਸਿਖਾਉਂਦੇ। ਗੁਰੂ ਪਿਆਰ ਵਾਲਿਓ, ਇਸ ਤਰ੍ਹਾਂ ਸਿੱਖਾਂ ਨੂੰ ਵਧੀਆ ਘੋੜਸਵਾਰ ਅਤੇ ਸ਼ਸਤਰ ਵਿਦਿਆ ਜੋ ਸੀ ਉਹ ਦਿੱਤੀ ਜਾਂਦੀ ਅਤੇ ਆਉਣ ਵਾਲੇ ਸਮੇਂ ਦੇ ਵਾਸਤੇ ਤਿਆਰ ਕਰਵਾਇਆ ਜਾਂਦਾ ਸੀ। ਯੁੱਧ ਦੇ ਕਰਤੱਵ ਤੇ ਨੀਤੀਆਂ ਸਿਖਾਈਆਂ ਜਾਂਦੀਆਂ। ਲੰਮੇ ਸਮੇਂ ਤੱਕ ਇਹ ਸਿਲਸਿਲਾ ਗੁਰੂ ਕਾਲ ਤੋਂ ਬਾਅਦ ਵੀ ਚੱਲਦਾ ਰਿਹਾ ਅਤੇ ਫਿਰ ਮਹਿਲਾ ਕੱਢਣ ਦੀ ਜੋ ਸੀ ਉਹ ਪ੍ਰਥਾ ਸ਼ੁਰੂ ਹੋ ਗਈ, ਜਿਸ ਨੂੰ ਅਸੀਂ ਜਲੂਸ ਕਹਿੰਦੇ ਹਾਂ। ਗੁਰੂ ਪਿਆਰ ਵਾਲਿਓ, ਇਸ ਦੇ ਵਿੱਚ ਗੁਰੂ ਕੀਆਂ ਲਾਡਲੀਆਂ ਫੌਜਾਂ ਸ਼ਸਤਰ ਵਿਦਿਆ ਦੇ ਜ਼ੋਰ ਦਿਖਾਉਂਦੀਆਂ ਅਤੇ ਖਾਲਸੀਆਈ ਜੋਹਰ ਜਲਾਲ ਦੇ ਪ੍ਰਤੱਖ ਨਜ਼ਾਰੇ ਜੋ ਸਨ ਉਹ ਦੇਖਣ ਨੂੰ ਮਿਲਦੇ ਸਨ। ਗੁਰੂ ਜੀ ਨੇ ਖੰਡੇ ਦੀ ਪੌਲ ਦੇ ਕੇ ਸ਼ਸਤਰ ਸਿੱਖਾਂ ਦੇ ਅੰਗ ਦਾ ਹਿੱਸਾ ਹੀ ਬਣਾ ਦਿੱਤਾ। ਹੋਲਾ ਮਹੱਲਾ ਜੋ ਸੀ ਇਹ ਸਾਡੇ ਲੋਹ ਲਸ਼ਕਰ, ਸਾਡੇ ਸ਼ਸਤਰ ਵਿਦਿਆ ਕਿ ਸਿੱਖ ਦੇ ਵਾਸਤੇ ਇੱਕ ਹਦਾਇਤ ਸੀ ਕਿ ਸਿੱਖ ਹਰ ਵੇਲੇ ਸ਼ਸਤਰਧਾਰੀ ਹੋਵੇ, ਵਧੀਆ ਘੋੜਸਵਾਰ ਹੋਵੇ, ਸਿੱਖ ਨੂੰ ਸ਼ਸਤਰਾਂ ਦੀ ਸਿਖਲਾਈ ਹੋਵੇ। ਤੇ ਭਾਈ ਕਾਹਨ ਸਿੰਘ ਜੀ ਨਾਭਾ ਅਨੁਸਾਰ ਇਹ ਕੇਵਲ ਉਸ ਸਮੇਂ ਦੇ ਸ਼ਸਤਰਾਂ ਦੀ ਨਹੀਂ, ਬਲਕਿ ਜੋ ਗੁਰੂ ਦੇ ਸਿਧਾਂਤ ਨੇ, ਜੋ ਗੁਰੂ ਦੇ ਮਰਿਆਦਾ ਹੈ, ਉਹ ਸਿੱਖ ਦੀ ਹਰ ਵੇਲੇ ਹਰ ਕਾਲ ਦੇ ਵਿੱਚ ਹੈ ਕਿ ਹਰ ਵੇਲੇ ਸਿੱਖ ਇਹਨਾਂ ਸ਼ਸਤਰਾਂ ਦਾ ਧਾਰੀ ਹੋਵੇ। ਗੁਰੂ ਪਿਆਰ ਵਾਲੇ, ਗੁਰੂ ਪਾਤਸ਼ਾਹ ਦੇ ਹੁਕਮ ਵੀ ਸਨ, ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਤੇਰੇ ਤਿਨ ਬਿਗੜੇ ਕਾਜ। ਇਹ ਨਿਰਾਲਾਪਣ ਕੀ ਸੀ? ਇੱਕ ਪਾਸੇ ਗੈਰ ਮੁਸਲਮ ਸ਼ਸਤਰ ਨਹੀਂ ਰੱਖ ਸਕਦਾ, ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਸਿਰ ਦੇ ਉੱਤੇ ਪੱਗ ਨਹੀਂ ਬਣ ਸਕਦਾ, ਉੱਚਾ ਜੋ ਹੈ ਬੈਠ ਨਹੀਂ ਸਕਦਾ, ਪਰ ਸਤਿਗੁਰੂ ਪਾਤਸ਼ਾਹ ਨੇ ਆਪਣੇ ਸਿੱਖਾਂ ਦੇ ਅੰਦਰੋਂ ਡਰ ਪੈ ਦੂਰ ਕਰ ਦਿੱਤੇ। ਇਹਦੇ ਵਿੱਚ ਹੀ ਇਹ ਨਿਰਾਲਾਪਣ ਹੋਲਾ ਮਹੱਲਾ ਵੀ ਸੀ। ਸਤਿਗੁਰਾਂ ਨੇ ਸਿੱਖਾਂ ਨੂੰ ਪੱਕਾ ਕਰਕੇ ਇਹ ਗੱਲ ਸਮਝਾ ਦਿੱਤੀ ਕਿ ਜੇਕਰ ਤੁਸੀਂ ਜ਼ੁਲਮ ਨੂੰ ਮਿਟਾਉਣਾ ਚਾਹੁੰਦੇ ਹੋ ਤਾਂ ਫਿਰ ਜ਼ਾਲਮ ਦੇ ਤਖਤ ਨੂੰ ਹੱਥ ਪਾਉਣਾ ਪਵੇਗਾ, ਜ਼ਾਲਮ ਦੇ ਤਖਤ ਦੇ ਉੱਤੇ ਬੈਠਣਾ ਪਵੇਗਾ। ਤੇ ਸਤਿਗੁਰਾਂ ਨੇ ਦੱਸਿਆ ਇਹ ਆਵੇਗਾ ਕਿਸ ਤਰ੍ਹਾਂ। ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਧਰੇ ਤਿਨ ਬਿਗੜੇ ਕਾਜ, ਜਬ ਹਮਰੇ ਦਰਸ਼ਨ ਕੋ ਆਵੋ, ਬਣ ਸੁਚੇ ਤਨ ਸ਼ਸਤਰ ਸਜਾਵੋ, ਕਮਰ ਕਸਾ ਕਰ ਦਿਓ ਦਿਖਾਈ, ਹਮਰੀ ਖੁਸ਼ੀ ਹੋਏ ਅਦਕਾਈ। ਕਿ ਜਦੋਂ ਵੀ ਮੇਰੇ ਦਰਬਾਰ ਵਿੱਚ ਆਓਗੇ, ਵਧੀਆ ਸ਼ਸਤਰ ਤੁਹਾਡੇ ਕੋਲ ਹੋਣੇ ਚਾਹੀਦੇ ਨੇ, ਕਮਰ ਕਸਾ ਹੋਣਾ ਚਾਹੀਦਾ ਹੈ। ਤੇ ਫਿਰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮੇਰੀ ਖੁਸ਼ੀ ਉਦੋਂ ਹੀ ਤੁਸੀਂ ਪਾ ਸਕਦੇ ਹੋ ਜਦੋਂ ਵਧੀਆ ਸ਼ਸਤਰਧਾਰੀ ਹੋ ਕੇ ਆਓਗੇ। ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਇਹ ਹੈ ਮੋਰ ਆ ਗਿਆ, ਸੁਨੋ ਹੈ ਪਿਆਰੇ, ਬਿਨਾ ਸ਼ਸਤਰ ਕੇ ਸੰਗ ਦੇਵੋ ਨਾ ਦਿਦਾਰੇ, ਕਮਰ ਕਸਾ ਕਰ ਦਿਓ ਦਿਖਾਈ, ਹਮਰੀ ਖੁਸ਼ੀ ਹੋਇਆ ਦਿਖਾਈ ਦੀ ਗੱਲ ਕਿ ਗੁਰੂ ਕੇ ਸਿੱਖੋ, ਜਦੋਂ ਵੀ ਸਾਡੇ ਕੋਲ ਆਓਗੇ ਇਹ ਗੱਲ ਚੇਤੇ ਰੱਖਿਓ, ਮੈਂ ਸ਼ਸਤਰਾਂ ਤੋਂ ਬਿਨਾ, ਕੇਸਾਂ ਤੋਂ ਬਿਨਾ ਕਿਸੇ ਨੂੰ ਜੋ ਹੈ ਦਰਸ਼ਨ ਨਹੀਂ ਦੇਵਾਂਗਾ। ਪੁਰਾਤਨ ਜੋ ਸਾਡੇ ਕੋਲ ਰਹਿਤਨਾਮੇ ਨੇ ਉਹਨਾਂ ਵਿੱਚ ਇਹ ਹਵਾਲੇ ਲੱਭਦੇ ਨੇ। ਪੁਨ ਸੰਸਾਰੇ ਪ੍ਰਭੂ ਜੀ ਸੁਣਾਈ, ਬਿਨਾ ਤੇਗ ਤੀਰੰਗ ਰਹੋ ਨਾ ਪਹਾਈ, ਬਿਨਾ ਸ਼ਸਤਰ ਕੇ ਸੰਗ ਨਰੰਗ ਭੇਟ ਜਾਣੋ, ਗਹਿ ਕਾਣ ਤਾਂ ਕੋ ਕਿਤੈ ਲੈ ਸਿਧਾਨੋ। ਸਤਿਗੁਰੂ ਕਹਿਣ ਲੱਗੇ, ਗੁਰਸਿੱਖੋ, ਤੇਗ ਤੋਂ ਬਿਨਾ, ਤੀਰਾਂ ਤੋਂ ਬਿਨਾ ਤੁਸੀਂ ਬਿਲਕੁਲ ਨਹੀਂ ਹੋਣਾ ਚਾਹੀਦੇ। ਹਰ ਵੇਲੇ ਸ਼ਸਤਰਧਾਰੀ ਹੋਵੋ ਤੇ ਸ਼ਸਤਰਾਂ ਤੇ ਕੇਸਾਂ ਤੋਂ ਬਿਨਾ ਇਹ ਗੱਲ ਸਮਝਿਓ ਕਿ ਬੰਦਾ ਭੇਡ ਦੇ ਬਰਾਬਰ ਹੈ, ਜਿਸ ਨੂੰ ਕੰਨ ਚੋਂ ਪਕੜ ਕੇ ਕੋਈ ਕਿਤੇ ਵੀ ਲੈ ਜਾਵੇ। ਕਿਤਨੇ ਸਤਿਗੁਰੂ ਪਾਤਸ਼ਾਹ ਨੇ ਸਾਡੀ ਮਨੋਬਿਰਤੀ ਨੂੰ ਉੱਪਰ ਚੁੱਕਣ ਦਾ ਯਤਨ ਕੀਤਾ, ਸਾਈਕੋਲੋਜੀਕਲੀ ਕਿਤਨਾ ਸਾਨੂੰ ਜੋ ਅਸੀਂ ਬਲਵਾਨ ਕਰਨ ਦਾ ਯਤਨ ਕੀਤਾ ਕਿ ਤੁਹਾਡੇ ਸ਼ਸਤਰ ਸਰੀਰ ਦਾ ਅੰਗ ਹੋਣਾ ਚਾਹੀਦੇ ਨੇ। ਤੇ ਗੁਰੂ ਪਿਆਰ ਵਾਲੇ ਭਾਈ ਦਿਆਲ ਸਿੰਘ ਜੀ ਆਪਣੀਆਂ ਲਿਖਤਾਂ ਦੇ ਅੰਦਰ ਲਿਖਦੇ ਨੇ, ਘੋੜੇ ਅਤੇ ਸ਼ਸਤਰ ਕੀ ਸਾਰ ਰੱਖੇ ਕਿ ਗੁਰੂ ਕਾ ਸਿੱਖ ਜੋ ਹੈ ਉਹ ਹਰ ਵੇਲੇ ਆਪਣੇ ਨਾਲ ਘੋੜੇ ਅਤੇ ਸ਼ਸਤਰ ਰੱਖੇ, ਇਹਨਾਂ ਦਾ ਵਿਸਾਹ ਨਾ ਕਰੇ। ਪਰ ਅੱਜ ਅਸੀਂ ਦੇਖਦੇ ਹਾਂ, ਅੱਜ ਅਸੀਂ ਇਹਨਾਂ ਨੂੰ ਛੱਡ ਚੁੱਕੇ। ਗੁਰੂ ਪਿਆਰ ਵਾਲਿਓ, ਜਦੋਂ ਅਸੀਂ ਤੇਗ ਦੇ ਵਿੱਚ ਤੇਗ ਚਲਾਉਂਦੇ ਹਾਂ, ਇਹਦੇ ਪਿੱਛੇ ਇੱਕ ਸਿਧਾਂਤ ਹੈ। ਉਹ ਸਿਧਾਂਤ ਇਹ ਹੈ ਕਿ ਸਿੱਖ ਦੇਗ ਅਤੇ ਤੇਗ ਦੋਵਾਂ ਨੂੰ ਆਪਣੇ ਨਾਲ ਰੱਖਦਾ। ਤੇਗ ਤੋਂ ਬਿਨਾਂ ਦੇਗ ਜੋ ਹੈ ਉਹ ਸਿੱਖੀ ਦੇ ਜੋ ਨਿਰਾਲੇਪਣ ਦਾ ਹਿੱਸਾ ਨਹੀਂ ਹੋ ਸਕਦੀ, ਅਤੇ ਕੇਵਲ ਜੋ ਦੇਗ ਹੈ ਉਹਦੇ ਵਿੱਚ ਤੇਗ ਚਲਾਉਣ ਦਾ ਇਹੋ ਜੋ ਹੈ ਸਾਡੇ ਵਾਸਤੇ ਸਿਧਾਂਤ ਹੈ ਕਿ ਸਿੱਖ ਹਰ ਵੇਲੇ ਦੇਗ ਅਤੇ ਤੇਗ ਦੀ ਫਤਿਹ ਮੰਗਦਾ ਹੈ। ਗੁਰੂ ਪਿਆਰ ਵਾਲਿਓ, ਜਦੋਂ ਅਸੀਂ ਦੇਖਦੇ ਹਾਂ ਕਿ ਗੁਰੂ ਪਾਤਸ਼ਾਹ ਨੇ ਸਾਡੇ ਅੰਦਰ ਅਣਖ ਤੇ ਵੀਰਤਾ ਭਰੀ, ਹੋਲੀ ਤੋਂ ਸਾਨੂੰ ਹੋਲਾ ਮਹੱਲਾ ਦਿੱਤਾ, ਸਾਨੂੰ ਸ਼ਸਤਰਧਾਰੀ ਬਣਾਇਆ, ਜੰਗੀ ਕਰਤੱਵ ਸਿਖਾਏ, ਤਾਂ ਫਿਰ ਉਹ ਲੋਕੀ ਜਿਹੜੇ ਇਹ ਲੋਕੀ ਕਹਿੰਦੇ ਸਨ, ਜਦੋਂ ਸਤਿਗੁਰਾਂ ਨੇ ਖੰਡੇ ਦੀ ਪੌਲ ਦਿੱਤੀ, ਸਾਨੂੰ 5 ਕਕਾਰੀ ਵਰਦੀ ਦੇ ਵਿੱਚ ਸ਼ਸਤਰ ਜੋ ਸੀ ਉਹ ਸ੍ਰੀ ਸਾਹਿਬ ਦੇ ਦਿੱਤੀ, ਤਾਂ ਫਿਰ ਉਹ ਲੋਕੀ ਜਿਹੜੇ ਮੁਗਲਾਂ ਤੋਂ ਡਰਦੇ ਤੇ ਥਰ-ਥਰ ਕੰਬਦੇ ਸਨ, ਉਹ ਇਹ ਗੱਲ ਕਹਿਣ ਲੱਗੇ, ਕਾਮ ਹਮਾਰਾ ਤੋਲਨ ਤਕੜੀ, ਨੰਗੀ ਕਰਦ ਕਭੀ ਨਹੀਂ ਪਕੜੀ, ਚਿੜੀ ਉਡੇ ਡਰ ਸੇ ਮਰ ਜਾਏ, ਮੁਗਲੋਂ ਸੇ ਕੈਸੇ ਲੜ ਪਾਏ। ਜਿਹੜੇ ਇਹ ਗੱਲ ਕਹਿੰਦੇ ਸਨ ਕਿ ਅਸੀਂ ਤਕੜੀਆਂ ਤੋਲਣ ਵਾਲੇ ਹਾਂ,
ਅਸੀਂ ਤਾਂ ਚਿੜੀ ਉੱਡੇ ਡਰ ਜਾਂਦੇ ਹਾਂ, ਮੁਗਲਾਂ ਦੇ ਖਿਲਾਫ ਕਿਵੇਂ ਲੜਾਂਗੇ। ਫਿਰ ਉਹੀ ਉਹ ਸ੍ਰੀ ਸਾਹਿਬ ਨੂੰ ਹੱਥ ਪਾ ਕੇ ਕਹਿੰਦੇ ਸਨ, ਅਸੀਂ ਨਿਤਾਣਿਆਂ ਦੇ ਤਹਨ ਬਣਾਂਗੇ, ਅਸੀਂ ਮੈਦਾਨੇ ਜੰਗ ਵਿੱਚ ਜੂਝਾਂਗੇ। ਤੇ ਉਹ ਫਿਰ ਦੁਨੀਆ ਦੇ ਵਾਸਤੇ, ਮਜਲੂਮ ਦੀ ਰਾਖੀ ਦੇ ਵਾਸਤੇ ਮੈਦਾਨੇ ਜੰਗ ਦੇ ਅੰਦਰ ਨਿਤਰ ਆਉਂਦੇ ਸਨ ਅਤੇ ਜੂਝਦੇ ਸਨ, ਜੋ ਸਾਡਾ ਇਤਿਹਾਸ ਦੁਨੀਆ ਦੇ ਸਾਹਮਣੇ ਹੈ। ਗੁਰੂ ਪਿਆਰ ਵਾਲਿਓ, ਕਿਸੇ ਨੇ ਬੜੀ ਸੁੰਦਰ ਗੱਲ ਲਿਖੀ ਹੈ ਕਿ ਉਹੀਓ ਲੋਕੀ ਫਿਰ ਦੁਨੀਆ ਦੇ ਅੰਦਰ ਮਹਾਨ ਯੋਧੇ ਬਣੇ, ਜਿਨ੍ਹਾਂ ਨੇ ਇਤਿਹਾਸ ਨੂੰ ਬਦਲਿਆ ਹੈ, ਜਿਨ੍ਹਾਂ ਨੇ ਜ਼ਾਲਮ ਦੇ ਤਖਤ ਨੂੰ ਖੋਇਆ ਹੈ ਅਤੇ ਘੋੜਿਆਂ ਦੇ ਨਾਲ ਬਣ ਕੇ ਘਸੀਟ ਕੇ ਉਸ ਤਖਤ ਦੇ ਉਹਨਾਂ ਹਿੱਸਿਆਂ ਨੂੰ ਆ ਕੇ ਦਰਬਾਰ ਸਾਹਿਬ ਜੋ ਸੀ ਉਸ ਕਿਲੇ ਦੇ ਅੰਦਰ ਰੱਖਿਆ, ਜਿੱਥੇ ਅੱਜ ਵੀ ਅਸੀਂ ਜਾ ਕੇ ਦੇਖਦੇ ਹਾਂ। ਜਿਸ ਤਖਤ ਦੇ ਉੱਤੇ ਬੈਠ ਕੇ ਜ਼ਾਲਮ ਹੁਕਮ ਚਲਾਉਂਦੇ ਸਨ, ਉਹ ਸਿੰਘਾਂ ਨੇ ਆਪਣੇ ਘੋੜਿਆਂ ਦੇ ਪਿੱਛੇ ਬਣ ਕੇ ਲਿਆਂਦੇ। ਇਹ ਸਾਰੀ ਕਰਾਮਾਤ ਜੋ ਸੀ, ਇਹ ਸਾਰੀ ਬਖਸ਼ਿਸ਼ ਜੋ ਸੀ, ਸਤਿਗੁਰਾਂ ਦੇ ਉਹਨਾਂ ਮਹਾਨ ਕਾਰਨਾਮਿਆਂ ਦੀ ਸੀ, ਜੋ ਸਤਿਗੁਰੂ ਪਾਤਸ਼ਾਹ ਨੇ ਸਾਡੇ ਅੰਦਰ ਚੜ੍ਹਦੀ ਕਲਾ ਵਾਸਤੇ ਭਰੇ। ਕਿਸੇ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਹੈ ਕਿ ਦੇਗਾਂ ਵਾਲੇ ਦੇਗਾਂ ਹੀ ਰਹੇ ਛਕਦੇ, ਤੇਗਾਂ ਵਾਲੇ ਸਦਾ ਆਜ਼ਾਦ ਹੋਏ, ਸਾਨੂੰ ਕੀਤਾ ਆਜ਼ਾਦ ਕਿਰਪਾਨ ਨੇ ਹੈ, ਚਰਖੇ ਨਾਲ ਨਹੀਂ ਅਸੀਂ ਆਜ਼ਾਦ ਹੋਏ। ਦੇਗਾਂ ਵਾਲੇ ਸਿਰਫ ਦੇਗਾਂ ਹੀ ਛਕ ਸਕਦੇ ਨੇ, ਤੇ ਜਿਨ੍ਹਾਂ ਦੇ ਹੱਥਾਂ ਵਿੱਚ ਤੇਗਾਂ ਨੇ ਉਹੀਓ ਆਬਾਦ ਹੁੰਦੇ ਨੇ। ਤੇ ਉਹ ਕਹਿੰਦੇ ਨੇ ਦੁਨੀਆ ਦੇ ਲੋਕੀ ਭੁਲੇਖੇ ਵਿੱਚ ਨਾ ਰਹਿਣ ਕਿ ਕਿਤੇ ਚਰਖਿਆਂ ਦੇ ਨਾਲ ਆਜ਼ਾਦੀ ਲੱਭਦੀ ਹੈ, ਸਾਨੂੰ ਕਿਰਪਾਨ ਦੇ ਨਾਲ ਹੀ ਆਜ਼ਾਦੀ ਲੱਭੀ ਹੈ। ਫਿਰ ਇਸੇ ਕਰਕੇ ਕਿਸੇ ਕਵੀ ਨੇ ਬੜਾ ਸੁੰਦਰ ਕਰਕੇ ਲਿਖਿਆ ਹੈ, ਜਿਸ ਝੂਠ ਦੇ ਹੱਥ ਵਿੱਚ ਹੋਏ ਤਾਕਤ, ਉਸ ਝੂਠ ਦੀ ਹੁੰਦੀ ਪਰਦਖਣਾ ਜੇ, ਲੋਕੀ ਸੱਚ ਉਸ ਸੱਚ ਨੂੰ ਨਹੀਂ ਮੰਨਦੇ, ਜਿਹੜਾ ਸੱਚ ਕਿਰਪਾਨ ਤੋਂ ਸਖਣਾ ਹੈ। ਕਿ ਜੇ ਕਿਤੇ ਤੁਸੀਂ ਕਿਰਪਾਨ ਤੋਂ ਹੀਨ ਹੋ ਤੇ ਲੋਕੀ ਝੂਠ ਨੂੰ ਪਰਦਖਣਾ ਕਰਨਗੇ। ਤੁਸੀਂ ਜਿੰਨਾ ਮਰਜ਼ੀ ਸੱਚ ਲੈ ਕੇ ਫਿਰੋ, ਤੁਹਾਡਾ ਕੋਈ ਜੋ ਸੱਚ ਮੰਨਣ ਨੂੰ ਤਿਆਰ ਨਹੀਂ, ਪਰਦਖਣਾ ਝੂਠ ਦੀ ਹੋਵੇਗੀ। ਤੇ ਜਿਸ ਦੇ ਹੱਥ ਵਿੱਚ ਸ੍ਰੀ ਸਾਹਿਬ ਹੋਵੇਗੀ, ਦੁਨੀਆ ਉਹਦੇ ਪੈਰਾਂ ਜਾ ਕੇ ਝੁਕਦੀ ਹੈ। ਇਹ ਕਿਸਾਨ ਮੋਰਚੇ ਦੇ ਅੰਦਰ ਤੁਸੀਂ ਦੇਖਿਆ ਹੋਵੇ, ਕੋਈ ਇਸ ਗੱਲ ਨਾਲ ਸਹਿਮਤ ਹੋਵੇ ਜਾਂ ਨਾ ਹੋਵੇ, ਜੋ ਸਰਕਾਰ ਨੂੰ ਇੱਕ ਡਰ ਸੀ ਉਹਨਾਂ ਗੁਰੂ ਕੇ ਬਾਣੇ ਵਾਲੇ ਸਿੰਘਾਂ ਦਾ ਸੀ, ਜਿਨ੍ਹਾਂ ਦੇ ਹੱਥਾਂ ਵਿੱਚ ਸ਼ਸਤਰ ਸਨ, ਜਿਨ੍ਹਾਂ ਦੇ ਕੋਲ ਘੋੜੇ ਸਨ। ਨਹੀਂ ਤਾਂ ਸਾਡੇ ਸਾਹਮਣੇ ਸੀਏ ਦਾ ਪ੍ਰੋਟੈਸਟ ਕਰਨ ਵਾਲਿਆਂ ਦਾ ਕੀ ਹਾਲ ਕਰ ਦਿੱਤਾ ਗਿਆ, ਜੋ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਕੁਚਲਿਆ, ਦਬਿਆ ਤੇ ਜ਼ਬਰਦਸਤੀ ਉਠਾ ਦਿੱਤਾ ਗਿਆ। ਸਰਕਾਰਾਂ ਨੂੰ ਝੁਕਾਉਣ ਦੇ ਵਾਸਤੇ ਉਹ ਤਾਕਤ ਸੀ, ਸਰਕਾਰਾਂ ਨੂੰ ਝੁਕਾਉਣ ਦੇ ਵਾਸਤੇ ਉਹ ਸਾਡਾ ਨਿਆਰਾਪਣ ਸੀ, ਸਰਕਾਰਾਂ ਨੂੰ ਝੁਕਾਉਣ ਵਾਸਤੇ ਉਹ ਗੁਰੂ ਕੇ ਸਿੱਖਾਂ ਵੱਲੋਂ ਕੀਤੀ ਜਾਂਦੀ ਸੇਵਾ ਸੀ ਅਤੇ ਉਹ ਦ੍ਰਿੜਤਾ ਸੀ, ਜੋ ਸਾਡੇ ਨਿਰਾਲੇਪਣ ਦਾ ਹਿੱਸਾ ਸੀ। ਜਿੱਥੇ ਲੋਕੀ ਹੋਲੀ ਵਾਲਿਆਂ ਨੂੰ ਦੇਖ ਦੇਖ ਕੇ ਅੰਦਰ ਵੜਦੇ ਸਨ, ਛਪ ਜਾਂਦੇ ਸਨ, ਧੀਆਂ ਭੈਣਾਂ ਆਪਣੀ ਇੱਜ਼ਤ ਬਚਾਉਣ ਦਾ ਯਤਨ ਕਰਦੀਆਂ ਨੇ। ਅੱਜ ਵੀ ਅਸੀਂ ਦੇਖਦੇ ਹਾਂ, ਜਦੋਂ ਇਹ ਖਰੂਦ ਮਚਾਉਂਦੇ, ਇਹਨਾਂ ਦੇ ਜਲੂਸ ਬਾਜ਼ਾਰਾਂ ਚੋਂ ਨਿਕਲਦੇ ਨੇ, ਇੱਜ਼ਤਦਾਰ ਲੋਕੀ ਸਾਰੇ ਛੁਪ ਜਾਂਦੇ ਨੇ, ਧੀਆਂ ਭੈਣਾਂ ਰਸਤੇ ਬਦਲੀ ਕਰ ਜਾਂਦੀਆਂ ਨੇ। ਪਰ ਇਹ ਲੋਕੀ ਉਹ ਖਰੂਦ ਮਚਾਉਂਦੇ, ਰੰਗ ਸੁੱਟਦੇ, ਜੂਏ ਖੇਡਦੇ, ਸ਼ਰਾਬਾਂ ਪੀਂਦੇ ਤੇ ਫਿਰ ਲੋਕਾਂ ਨੂੰ ਦੇ ਵਿੱਚ ਜੋ ਹੈ ਵਿਕਾਰੀ ਬਿਰਤੀ ਲੈ ਕੇ ਵਿਚਰਦੇ ਹਨ। ਪਰ ਦੂਜੇ ਪਾਸੇ ਅਸੀਂ ਦੇਖਦੇ ਹਾਂ, ਜਦੋਂ ਖਾਲਸਾਈ ਸ਼ਸਤਰਾਂ ਦੇ ਜ਼ੋਰ ਦਿਖਾਏ ਜਾ ਰਹੇ ਹੁੰਦੇ ਨੇ, ਖਾਲਸਾਈ ਜਾਓ ਜਲਾਲ ਦੇ ਨਗਰ ਕੀਰਤਨ ਜਾਂ ਜਲੂਸ ਕੱਢੇ ਜਾ ਰਹੇ ਨੇ ਹੋਲੇ ਮਹੱਲੇ ਦੇ ਉੱਤੇ, ਤੇ ਫਿਰ ਸਾਰਾ ਜੋ ਮਾਹੌਲ ਹੈ ਉਹ ਆਤਮਿਕ ਤੌਰ ਦੇ ਉੱਤੇ ਆਨੰਦ ਦਿੰਦਾ ਹੈ। ਅਤਰ ਕੇਸਰ ਨਾਲ ਸਾਰਾ ਮਾਹੌਲ ਸੁਗੰਧਿਤ ਹੁੰਦਾ ਹੈ ਤੇ ਦੁਨੀਆ ਖੜ ਖੜ ਕੇ ਦੇਖਦੀ ਹੈ ਇਸ ਅਲੌਕਿਕ ਨਜ਼ਾਰੇ ਨੂੰ, ਤੇ ਫਿਰ ਦੁਨੀਆ ਸਿਫਤਾਂ ਕਰਦੀ ਹੈ। ਗੱਲ ਵੱਖਰੀ ਹੈ ਕਿ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਇਹ ਜੋ ਸਿੱਖਾਂ ਦੇ ਚੜ੍ਹਦੀ ਕਲਾ ਵਾਲੇ ਕਾਰਨਾਮੇ ਸਨ, ਜਾਓ ਜਲਾਲ ਨੂੰ ਦੇਖ ਕੇ ਜੋ ਲੋਕੀ ਖੁਸ਼ ਹੁੰਦੇ ਸਨ, ਉਹ ਸਾਡੇ ਵਿੱਚ ਅੱਜ ਘਟਦਾ ਜਾ ਰਿਹਾ ਹੈ। ਇੱਕ ਰਵਾਇਤ ਬਣਦੀ ਜਾ ਰਹੀ ਹੈ। ਗੁਲਾਮ ਅਹਿਮਦ ਕਾਦੀਆ ਨੇ ਮੁਸਲਮਾਨਾਂ ਨੂੰ ਇੱਕ ਬੜੀ ਕਮਾਲ ਦੀ ਗੱਲ ਕਹੀ, ਕਹਿੰਦਾ ਜੇ ਕਿਤੇ ਧਰਮ ਨੂੰ ਵਧਾਉਣਾ ਚਾਹੁੰਦੇ ਹੋ, ਅਣਖ ਨਾਲ ਜਿਉਣਾ ਤੇ ਗੁਣੀ ਨਿਦਾਨ ਆਪਣੇ ਧਰਮ ਨੂੰ ਦੇਖਣਾ ਚਾਹੁੰਦੇ ਹੋ, ਤਾਂ ਗੁਰੂ ਨਾਨਕ ਸਾਹਿਬ ਤੋਂ ਸਿੱਖੋ, ਜਿਨ੍ਹਾਂ ਨੇ ਪੈਦਲ 48,000 ਕਿਲੋਮੀਟਰ ਦਾ ਸਫ਼ਰ ਕਰਕੇ 2.5 ਕਰੋੜ ਸਿੱਖ ਬਣਾ ਦਿੱਤੇ। ਕੇਵਲ ਸਿੱਖ ਨਹੀਂ ਬਣਾਏ, ਕਿਰਦਾਰ ਵਾਲੇ ਲੋਕੀ ਬਣਾਏ, ਜਿਹੜੇ ਕਿਸੇ ਗਰੀਬ ਦੀ ਬਾਹ ਵੀ ਪਕੜ ਲੈਂਦੇ ਸਨ, ਧਰਮ ਵਾਸਤੇ ਜੂਝ ਵੀ ਜਾਂਦੇ ਸਨ, ਆਪਾ ਵੀ ਵਾਰ ਦਿੰਦੇ ਸਨ, ਤੇ ਰੱਬੀ ਰੰਗ ਵਿੱਚ ਰੰਗੇ ਹੋਏ ਮਹਾਨ ਫਕੀਰ ਤੇ ਦਰਵੇਸ਼ ਵੀ ਸਨ। ਗੁਰੂ ਪਿਆਰ ਵਾਲਿਓ, ਇਹ ਸਾਡੇ ਜੋ ਗੁਣਾਂ ਦੀ ਸਿਫਤ ਜੋ ਹੈ ਦੂਜੇ ਧਰਮਾਂ ਦੇ ਲੋਕੀ ਕਰ ਰਹੇ ਨੇ। ਪਰ ਅਫਸੋਸ ਅੱਜ ਵੀ ਕਈ ਸਿੱਖ ਨੌਜਵਾਨ ਹੋਲੀ ਵਾਲੇ ਦਿਨ ਦੂਜਿਆਂ ਦੀ ਦੇਖੋ ਦੇਖੀ ਆਪਣੇ ਚਿਹਰਿਆਂ ਦਾੜੀਆਂ ਵਿੱਚ ਰੰਗ ਪਾਈ ਭੂਤ ਬਣੇ ਫਿਰਦੇ ਨੇ, ਬਾਜ਼ਾਰਾਂ ਦੇ ਵਿੱਚ ਪੂਤਰੇ ਹੋਏ ਲੋਕਾਂ ਦੇ ਨਾਲ ਨੱਚਦੇ ਆਪਣੇ ਨਿਆਰੇਪਣ ਨੂੰ ਦਾਗੀ ਕਰ ਰਹੇ ਹਨ, ਗੁਰੂ ਨੂੰ ਪਿੱਠ ਦੱਸ ਰਹੇ ਹਨ। ਨੌਜਵਾਨਾਂ ਨੂੰ ਕੀ ਉਲਾਂਭਾ ਦਈਏ? ਗੁਰੂ ਪਿਆਰ ਵਾਲਿਓ, ਨੌਜਵਾਨਾਂ ਨੂੰ ਕੀ ਉਲਾਂਭਾ ਦਈਏ? ਆਪਣੇ ਆਪ ਨੂੰ ਪੰਥ ਦੇ ਅਲੰਬਰਦਾਰ ਕਹਾਉਣ ਵਾਲੇ ਇਹਨਾਂ ਪੰਥਕ ਸੰਸਥਾਵਾਂ ਨੂੰ ਰੱਜ ਕੇ ਨਿੱਜੀ ਮੁਫਾਦਾਂ ਲਈ ਜਿਨ੍ਹਾਂ ਨੇ ਵਰਤਿਆ, ਉਹ ਵੀ ਸਿਰ ਨੰਗੀਆਂ ਰੰਗੀਆਂ ਫੋਟੋਆਂ ਜੋ ਹੋਲੀ ਵਾਲੇ ਦਿਨ ਖਿਚਵਾ ਕੇ ਨੈਟ ਦੇ ਉੱਤੇ ਪਾ ਕੇ ਆਪਣੇ ਆਪ ਨੂੰ ਫਖਰ ਤੇ ਮਾਣ ਜੋ ਹੈ ਮਹਿਸੂਸ ਕਰਦੇ ਹਨ। ਪੰਥਕ ਤੇ ਸੈਕੂਲਰ, ਪੰਥਕ ਤੋਂ ਉਹ ਲੋਕੀ ਸੈਕੂਲਰ ਬਣਨ ਦਾ ਯਤਨ ਕਰਦੇ ਹਨ ਤੇ ਪੰਥਕ ਸੰਸਥਾਵਾਂ ਨੂੰ ਪੰਜਾਬੀ ਸੰਸਥਾਵਾਂ ਬਣਾਉਣ ਦਾ ਜੋ ਇੱਕ ਸੁਪਨਾ ਲੈ ਕੇ ਚਲੇ ਸਨ, ਆਪ ਤਾਂ ਅੱਜ ਉਹ ਗਰਕ ਹੋ ਗਏ ਹਨ, ਪਰ ਪੰਥ ਨੂੰ
ਕਦੀ ਨਾ ਪੂਰਾ ਹੋਣ ਵਾਲਾ ਬਹੁਤ ਵੱਡਾ ਘਾਟਾ ਜੋ ਹੈ ਉਹ ਲੋਕੀ ਪਾ ਗਏ ਹਨ। ਗੁਰੂ ਪਿਆਰ ਵਾਲਿਓ, ਹੋਲੇ ਮਹੱਲੇ ਦਾ ਇਹ ਜੋ ਪੁਰਬ ਹੈ ਇਹ ਸਾਡੇ ਵਾਸਤੇ ਇੱਕ ਬਹੁਤ ਵੱਡਾ ਸੰਦੇਸ਼ ਹੈ ਕਿ ਸਿੱਖ ਤੂੰ ਆਪਣੀ ਨਿਆਰੀ ਹੋਂਦ ਨੂੰ ਹਰ ਹੀਲੇ ਕਾਇਮ ਰੱਖਣਾ ਹੈ। ਅੱਜ ਅਸੀਂ ਦੇਖ ਰਹੇ ਹਾਂ ਅੱਛੀ ਹੱਥਾਂ ਚੋਂ ਸ੍ਰੀ ਸਾਹਿਬ ਛੱਡੀ, ਸਾਡੀਆਂ ਗਲਾਂ ਚੋਂ ਸ੍ਰੀ ਸਾਹਿਬ ਲੱਥੀ, ਅਸੀਂ ਸ੍ਰੀ ਸਾਹਿਬ ਨੂੰ ਇੱਕ ਫਾਲਤੂ ਸਮਝਣਾ ਸ਼ੁਰੂ ਕੀਤਾ ਤੇ ਅੱਜ ਦੇਸ਼ ਦੀਆਂ ਸਰਕਾਰਾਂ ਤੇ ਖਾਸ ਕਰਕੇ ਭਾਰਤ ਦੇ ਅੰਦਰ ਏਅਰਪੋਰਟਸ ਦੇ ਉੱਤੇ ਸਿੱਖ ਜੋ ਕਰਮਚਾਰੀ ਨੌਕਰੀ ਕਰਦੇ ਨੇ ਉਹਨਾਂ ਦੇ ਉੱਤੇ ਪਾਬੰਦੀ ਲਾਈ ਜਾ ਰਹੀ ਹੈ ਕਿ ਭਾਈ ਤੁਸੀਂ ਸ੍ਰੀ ਸਾਹਿਬ ਪਾ ਕੇ ਜੋ ਹੈ ਉੱਥੇ ਤੁਸੀਂ ਆਪਣਾ ਕੰਮਕਾਜ ਨਹੀਂ ਕਰ ਸਕਦੇ। ਗੁਰੂ ਪਿਆਰ ਵਾਲਿਓ, ਜਦੋਂ ਮਾਨਸਿਕ ਤੌਰ ਦੇ ਉੱਤੇ ਕੋਈ ਗੁਲਾਮ ਹੋ ਜਾਵੇ, ਆਪਣੇ ਸਿਧਾਂਤਾਂ ਤੋਂ ਦੂਰ ਹੋ ਜਾਵੇ ਜਾਂ ਕਿਸੇ ਵੀ ਆਪਣੇ ਉੱਚੇ ਸੁੱਚੇ ਕਿਰਦਾਰ ਵਾਲੇ ਜਾਂ ਉੱਚੇ ਸੁੱਚੇ ਸਿਧਾਂਤ ਨੂੰ ਜੇ ਕਿਤੇ ਫਾਲਤੂ ਦੀ ਰਸਮ ਸਮਝਣਾ ਸ਼ੁਰੂ ਹੋ ਜਾਵੇ ਤਾਂ ਸਹਿਜੇ ਸਹਿਜੇ ਜੋ ਉਸ ਧਰਮ ਦੀਆਂ ਵਿਰੋਧੀ ਸ਼ਕਤੀਆਂ ਹੁੰਦੀਆਂ ਨੇ ਉਹ ਜ਼ਰੂਰ ਉਹਨਾਂ ਨੂੰ ਨਿਗਲ ਜਾਂਦੀਆਂ ਨੇ, ਉਹਨਾਂ ਦੇ ਸਿਧਾਂਤਾਂ ਨੂੰ ਨਿਗਲ ਜਾਂਦੀਆਂ ਨੇ। ਗੁਰੂ ਪਿਆਰ ਵਾਲਿਓ, ਸਤਿਗੁਰੂ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਝੂਠਿਆਂ ਰੰਗਾਂ ਚੋਂ ਬਾਹਰ ਕੱਢਿਆ ਅਤੇ ਸਾਨੂੰ ਅਣਖ ਤੇ ਗੈਰਤ ਦਾ ਜੀਵਨ ਜਿਉਣ ਦੇ ਜੀਵਨ ਵਾਸਤੇ ਹੋਲੇ ਮਹੱਲੇ ਦਾ ਤਿਉਹਾਰ ਦਿੱਤਾ, ਜਿਸ ਨੂੰ ਅਸੀਂ ਆਪਣੀ ਨੌਜਵਾਨ ਪੀੜ੍ਹੀ ਵਿੱਚ ਭਰਨਾ ਹੈ। ਤੇ ਦੱਸਿਆ ਜਾਂਦਾ ਕਿ ਜਦੋਂ ਦਰਬਾਰ ਸਜਾਉਂਦੇ ਸਨ ਸਤਿਗੁਰੂ ਫਿਰ ਉੱਥੇ ਫਿਰ ਸ਼ਸਤਰ ਵਿਦਿਆ ਤੋਂ ਬਾਅਦ ਉਸ ਹੋਲੇ ਮਹੱਲੇ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਗੁਰਬਾਣੀ ਦੇ ਕੀਰਤਨ ਕਰਦੇ, ਆਤਮਿਕ ਤੌਰ ਦੇ ਉੱਤੇ ਸਿੱਖਾਂ ਨੂੰ ਆਨੰਦ ਜੋ ਹੈ ਸੀ ਉਹ ਗੁਰਬਾਣੀ ਚੋਂ ਦਿੱਤਾ ਜਾਂਦਾ ਤੇ ਫਿਰ ਨਾਲ ਹੀ ਉੱਥੇ ਜੋ ਸੀ ਕੁਝ ਲਿਖਾਰੀਆਂ ਨੇ ਲਿਖਿਆ ਹੈ ਜਾਂ ਅਸੀਂ ਕਹਿ ਸਕਦੇ ਹਾਂ ਕਿ ਭਾਈ ਉਹਨਾਂ ਦੀਆਂ ਲਿਖਤਾਂ ਚੋਂ ਇਹ ਗੱਲ ਸਾਬਤ ਹੁੰਦੀ ਹੈ, ਪਰ ਜਦੋਂ ਕੋਈ ਟਰਾਂਸਲੇਟ ਕਰਦੇ ਨੇ ਉਸ ਦਾ ਦੂਜਾ ਪੱਖ ਦੱਸਦੇ ਨੇ ਕਿ ਉੱਥੇ ਅਤਰ ਤੇ ਕੇਸਰ ਦਾ ਛਿੜਕਾਅ ਹੁੰਦਾ ਸੀ। ਮੈਂ ਕਿਸੇ ਵਿਦਵਾਨ ਨੂੰ ਪੜ੍ਹ ਰਿਹਾ ਸੀ ਕਿ ਜੋ ਕੇਸਰ ਹੈ ਉਸ ਦੇ ਨੂੰ ਕਿਉਂ ਚੁਣਿਆ ਗਿਆ, ਉਹਦੇ ਕੁਝ ਗੁਣ ਨੇ, ਕਿਉਂਕਿ ਕੇਸਰ ਦੇ ਅੰਦਰ ਉਹਦੇ ਪੱਤਿਆਂ 'ਚ ਰੰਗ ਵੀ ਹੈ, ਸੁਗੰਧ ਵੀ ਹੈ, ਸਵਾਦ ਵੀ ਹੈ ਤੇ ਤਾਕਤ ਵੀ ਹੈ। ਮੇਰੇ ਸਤਿਗੁਰੂ ਪਾਤਸ਼ਾਹ ਨੇ ਸਿੱਖ ਨੂੰ ਵੀ ਕੇਸਰ ਵਰਗਾ ਬਣਾਇਆ ਤੇ ਵਿਦਵਾਨਾਂ ਦਾ ਕਥਨ ਹੈ ਕਿ ਜਦੋਂ ਸਤਿਗੁਰੂ ਪਾਤਸ਼ਾਹ ਫਿਰ ਉਸ ਹੋਲੇ ਮਹੱਲੇ ਦੇ ਜੋ ਸੀ ਉਹ ਕਰਤੱਵ ਤੋਂ ਬਾਅਦ, ਜੰਗੀ ਮਸ਼ਕ ਤੋਂ ਬਾਅਦ ਦੀਵਾਨ ਸਜਾਉਂਦੇ, ਰੱਬੀ ਬਾਣੀ ਦੇ ਕੀਰਤਨ ਹੁੰਦੇ, ਸਤਿਗੁਰੂ ਆਪਣੇ ਬਚਨ ਵਿਲਾਸ ਜੋ ਸੀ ਸੰਗਤ ਵਿੱਚ ਰੱਖਦੇ ਤਾਂ ਉਹ ਕਹਿੰਦਾ ਕਿ ਉਸ ਵੇਲੇ ਉੱਥੇ ਕਮਾਲ ਦੀ ਸੁਗੰਧੀ ਹੁੰਦੀ ਸੀ, ਅਲੌਕਿਕ ਨਜ਼ਾਰਾ ਹੁੰਦਾ ਸੀ ਕੁਦਰਤ ਦਾ ਜੋ ਆਤਮਿਕ ਤੌਰ ਦੇ ਉੱਤੇ ਆਨੰਦ ਦਿੰਦਾ ਸੀ। ਸੋ ਆਓ ਕੋਸ਼ਿਸ਼ ਕਰੀਏ। ਗੁਰੂ ਪਿਆਰ ਵਾਲਿਓ, ਹੋਲੇ ਮਹੱਲੇ ਦਾ ਇਤਿਹਾਸ ਸਾਨੂੰ ਅੱਜ ਇਹ ਗੱਲ ਸਮਝਾ ਰਿਹਾ ਹੈ ਕਿ ਤੁਸੀਂ ਇੱਕ ਆਜ਼ਾਦ ਬਿਰਤੀ ਦੇ ਮਾਲਕ ਹੋ, ਤੁਸੀਂ ਅਣਖ ਤੇ ਗੈਰਤ ਵਾਲੀ ਬਿਰਤੀ ਦੇ ਮਾਲਕ ਹੋ। ਤੁਹਾਨੂੰ ਕੋਸ਼ਿਸ਼ ਕਰਨੀ ਪਵੇਗੀ ਮੁੜ ਆਪਣੇ ਵਿਰਸੇ ਨੂੰ ਸੰਭਾਲਣ ਦੀ। ਕੱਲ ਹੀ ਜੋ ਪੰਜਾਬ ਦੇ ਰਿਜ਼ਲਟ ਆਏ ਨੇ, ਗੱਲ ਠੀਕ ਹੈ ਕਿ ਕਈ ਕਾਰਨ ਨੇ, ਬਹੁਤੀਆਂ ਗੱਲਾਂ ਇਹਦੇ ਵਿੱਚ ਹੋ ਰਹੀਆਂ ਨੇ। ਪੰਥਕ ਪਾਰਟੀ ਜਿਸ ਨੂੰ ਬੜੀ ਕੁਰਬਾਨੀ ਦੇ ਨਾਲ ਬਣਾਇਆ ਗਿਆ ਸੀ, ਜਦੋਂ ਨਿੱਜੀ ਮੁਫਾਦਾਂ ਦੇ ਵਾਸਤੇ ਪਰਿਵਾਰਕ ਮੋਹ ਵਿੱਚ, ਪੁੱਤਰ ਮੋਹ ਵਿੱਚ ਇੱਕ ਪਰਿਵਾਰ ਦੀ ਪਾਰਟੀ ਬਣਾ ਦਿੱਤੀ ਗਈ ਤਾਂ ਉਹ ਕੁਰਬਾਨੀਆਂ ਨਾਲ ਬਣਾਇਆ ਹੋਇਆ, ਜਿਸ ਦਾ ਬਹੁਤ ਵੱਡਾ ਕੁਰਬਾਨੀ ਭਰਿਆ ਜੋ ਸੀ ਇਤਿਹਾਸ ਸੀ ਤੇ ਜਿਸ ਦੇ ਨਾਲ ਸ਼ਹੀਦਾਂ ਦੀ ਜਥੇਬੰਦੀ ਜਾਂ ਕੁਰਬਾਨੀਆਂ ਭਰਿਆ ਇਤਿਹਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੱਜ ਅਸੀਂ ਦੇਖਦੇ ਹਾਂ ਉਹਨਾਂ ਸੰਸਥਾਵਾਂ ਦੀ ਕੀ ਹਾਲਤ ਹੈ। ਰਿਜ਼ਲਟ ਤੋਂ ਬਾਅਦ ਗੁਰੂ ਕੀ ਜੋ ਧਰਤੀ ਦੇ ਵਿੱਚੋਂ ਉਸ ਪਾਰਟੀ ਦਾ ਇਤਨਾ ਵੱਡਾ ਨੁਕਸਾਨ ਹੋ ਜਾਵੇ। ਕਈ ਜੋ ਨੇ ਸਵਾਲ ਖੜੇ ਕਰ ਰਹੇ ਨੇ, ਮੈਂ ਬੇਨਤੀ ਕਰਾਂਗਾ ਕਿ ਜੇ ਕਦੇ ਉਹ ਪੰਥਕ ਤੋਂ ਪੰਜਾਬੀ ਬਣਨਾ ਚਾਹੁੰਦੇ ਸਨ ਕਿ ਇਹ ਸਾਡੀ ਪੰਜਾਬੀਆਂ ਦੀ ਪਾਰਟੀ ਹੈ, ਪੰਥਕ ਪਾਰਟੀ ਨੂੰ ਕੇਵਲ ਪੰਜਾਬੀਆਂ ਦੀ ਪਾਰਟੀ ਬਣਾਉਣਾ ਚਾਹੁੰਦੇ ਸਨ, ਜੇ ਕਦੇ ਪੰਥਕ ਰਹਿਣ ਦਿੰਦੇ ਤੇ ਆਪ ਪੰਥਕ ਹੁੰਦੇ ਤਾਂ ਜ਼ਰੂਰ ਪੰਥ ਨੇ ਆਪਣੇ ਕੁਰਬਾਨੀ ਵਾਲਿਆਂ ਦਾ ਜੋ ਪੰਥ ਪ੍ਰਤੀ ਵਫਾਦਾਰ ਨੇ ਉਹਨਾਂ ਨੂੰ ਸਿਰਾਂ ਦੇ ਉੱਤੇ ਚੁੱਕ ਕੇ ਰੱਖਿਆ ਹੈ। ਇੰਨੀ ਬੁਰੀ ਹਾਲਤ ਨਹੀਂ ਸੀ ਹੁੰਦੀ। ਲੇਕਿਨ ਜੋ ਨਿੱਜੀ ਮੁਫਾਦਾਂ ਦੇ ਵਾਸਤੇ ਜੋ ਪੰਥ ਦੁਸ਼ਮਣ ਤਾਕਤਾਂ ਦੇ ਨਾਲ ਗੰਢ ਤੁਪ ਕੀਤੀ ਗਈ, ਜੋ ਸਿੱਖਾਂ ਦੇ ਨੌਜਵਾਨਾਂ ਦੇ ਕਾਤਲਾਂ ਨੂੰ ਜੋ ਸੀ ਫਿਰਤੀਆਂ ਤੇ ਤੱਕੀਆਂ ਦਿੱਤੀਆਂ ਗਈਆਂ, ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਜੋ ਸੀ ਖੁੱਲ੍ਹੇਆਮ ਛੱਡਿਆ ਗਿਆ ਤਾਂ ਉਹਦਾ ਸਿੱਟਾ ਉਹਨਾਂ ਨੇ ਭੁਗਤਿਆ ਹੈ। ਮੈਂ ਅੱਜ ਵੀ ਬੇਨਤੀ ਕਰਾਂਗਾ ਕਿ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਧਾਰਮਿਕ ਸਰਵਉੱਚ ਸੰਸਥਾ ਹੈ। ਅੱਜ ਵੀ ਜੇ ਕਦੇ ਥੋੜੀ ਵੀ ਸ਼ਰਮ ਉਹਨਾਂ ਲੋਕਾਂ ਨੂੰ ਹੋਵੇ, ਉਹ ਇੱਕ ਗੱਲ ਜ਼ਰੂਰ ਕਰਨ ਕਿ ਹੱਥ ਬਣ ਕੇ ਕੌਮ ਦੀ ਇਸ ਅਮਾਨਤ ਨੂੰ ਮੁੜ ਕੌਮ ਦੇ ਹਵਾਲੇ ਕਰਨ। ਚੰਗੇ ਜੀਵਨ ਵਾਲੇ ਲੋਕਾਂ ਨੂੰ, ਜਿਹੜੇ ਚੰਗੇ ਉੱਚੇ ਕਿਰਦਾਰ ਵਾਲੇ ਹੋਣ, ਜਿਹੜੇ ਪੰਥ ਪ੍ਰਸਤ ਹੋਣ, ਜਿਹੜੇ ਪੰਥ ਵਾਸਤੇ ਕੁਰਬਾਨੀ ਕਰਨ ਵਾਲੇ ਹੋਣ, ਜੋ ਪੰਥ ਦੁਸ਼ਮਣ ਤਾਕਤਾਂ ਨੂੰ ਨਾ ਸਿਰਫ ਪਛਾਣਨ ਦੀ ਸਮਰੱਥਾ ਰੱਖਦੇ ਹੋਣ ਬਲਕਿ ਪਛਾੜਨ ਦੀ ਵੀ ਸਮਰੱਥਾ ਰੱਖਦੇ ਹੋਣ, ਜੋ ਪੰਥ ਦੇ ਵਾਸਤੇ ਆਪਾ ਵਾਰਨ ਦੀ ਤਾਕਤ ਰੱਖਦੇ ਹੋਣ, ਉਹਨਾਂ ਦੇ ਹਵਾਲੇ ਕੀਤਾ ਜਾਵੇ। ਮੁੜ ਕੇ ਪੰਥ
ਆਪਣੀ ਇਸ ਜਥੇਬੰਦੀ ਨੂੰ ਸੰਭਾਲ ਲਏਗਾ। ਤੇ ਦੁੱਖ ਵੀ ਹੁੰਦਾ, ਮੈਂ ਅੱਜ ਦੇਖ ਰਿਹਾ ਸੀ ਕਿ ਸਿੱਖ ਝਾੜੂ ਲੈ ਕੇ ਨੱਚ ਰਹੇ ਨੇ। ਕਮਾਲ ਦੀ ਗੱਲ ਹੈ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕਿਰਪਾਨਾਂ ਤੇ ਸ੍ਰੀ ਸਭਾ ਹੋਣੀਆਂ ਚਾਹੀਦੀਆਂ ਸਨ, ਕਿਉਂਕਿ ਹਾਲਾਤ ਹੀ ਐਸੇ ਬਣ ਗਏ। ਸਿੱਖ ਇਤਨਾ ਇਹਨਾਂ ਖੁਦਗਰਜ਼ਾਂ ਤੋਂ ਦੁਖੀ ਹੋ ਗਿਆ ਕਿ ਅੱਜ ਸਿੱਖ ਭੁੱਲ ਹੀ ਗਿਆ ਹੈ ਕਿ ਮੇਰੇ ਗੁਰੂ ਨੇ ਮੇਰੇ ਹੱਥ ਦੇ ਵਿੱਚ ਸ੍ਰੀ ਸਾਹਿਬ ਦਿੱਤੀ ਸੀ, ਤੇ ਉਹ ਇੱਕ ਜੋ ਸੀ ਜਿਨ੍ਹਾਂ ਨੂੰ ਉਹਨਾਂ ਨੇ ਪੰਥ ਵਿਰੋਧੀ ਸਮਝਿਆ ਜਾਂ ਜਿਨ੍ਹਾਂ ਤੋਂ ਦੁਖੀ ਤੇ ਅੱਕੇ ਹੋਏ ਸਨ, ਉਹਨਾਂ ਨੂੰ ਲਾਂਭੇ ਕਰਕੇ ਇਤਨਾ ਜੋ ਖੁਸ਼ੀ ਮਨਾ ਰਿਹਾ ਹੈ ਕਿ ਉਹ ਭੁੱਲ ਹੀ ਗਿਆ ਆਪਣੇ ਸਿਧਾਂਤ ਨੂੰ ਕਿ ਸ਼ਸਤਰਨ ਕੇ ਅਧੀਨ ਹੈ ਰਾਜ। ਜਾਂ ਗੁਰੂ ਪਾਤਸ਼ਾਹ ਕਹਿੰਦੇ ਨੇ, ਇਹ ਅਮੋਰ ਆ ਗਿਆ ਸੁਣੋਏ ਪਿਆਰੇ, ਬਿਨਾਂ ਸ਼ਸਤਰ ਕੇ ਸੰਗ ਦੇਵੋ ਨਾ ਦਿਦਾਰੇ। ਅਸੀਂ ਕਿਸੇ ਵੀ ਖੁਸ਼ੀ ਦੇ ਅੰਦਰ ਉਹਨਾਂ ਵੀਰਾਂ ਨੂੰ ਜ਼ਰੂਰ ਕਵਾਂਗੇ ਕਿ ਇਤਨੇ ਵੀ ਨਾ ਡੁੱਲ ਜਾਈਏ ਕਿ ਅਸੀਂ ਆਪਣੇ ਸਿਧਾਂਤਾਂ ਤੋਂ, ਆਪਣਾ ਜੋ ਕਿਰਦਾਰ ਹੈ ਉਸ ਤੋਂ ਦੂਰ ਹੋ ਜਾਈਏ। ਬੋਲਦਿਆਂ ਜ਼ਰੂਰ ਵੱਧ ਘੱਟ ਲਫ਼ਜ਼ ਨਿਕਲੇ ਹੋਣਗੇ, ਸਾਧ ਸੰਗਤ ਬਖਸ਼ਣ ਯੋਗਾ ਸਹਿ ਖਿਮਾ ਕਰੋਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।